ਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜੁਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਧਨਾ ਸਿਰ ਚਰਨਨ ਪਰ ਧਾਰ। ਮੂਕ ਉਚਰਹਿ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਸੋ ਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗਏ ਪਹਾੜੀ ਝੂਰ ਤੇ ਚੱਲਿਓ ਨਹੀਂ ਬਸ ਕੋਏ। ਸੁਭਾਟ ਮਰਾਏ ਸੈਂਕੜੇ ਜਗ ਮੈਂ ਆਪ ਜਸ ਹੋਵੇ। ਦੋਹਰਾ ਗਏ ਪਹਾੜੀ ਝੂਰ ਤੇ ਚੱਲਿਓ ਨਹੀਂ ਬਸ ਕੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਏਮਾਨ ਅੰਤਰਯਾਮੀ ਸਤਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸੰਧਿਆ ਦੇ ਦੀਵਾਨ ਵਿੱਚ ਗੁਰਦੁਆਰਾ ਸ਼ਹੀਦਾਂ ਤੱਲਣ ਵਿਖੇ ਗੁਰੂ ਚਰਨਾਂ ਵਿੱਚ ਜੁੜ ਕਰਕੇ ਗੁਰੂ ਕੀ ਬਾਣੀ ਦਾ ਕੀਰਤਨ ਰਹਿਰਾਸ ਸਾਹਿਬ ਦਾ ਪਾਠ ਤਥਾ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿੱਚ ਹਾਜ਼ਰੀ ਲਵਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦਾ ਸੋਹਣਾ ਸੁੰਦਰ ਇਤਿਹਾਸ ਚੱਲਿਆ ਹੋਇਆ ਹੈ। ਧੰਨ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਉਹਨਾਂ ਨੂੰ ਖਬਰ ਮਿਲੀ ਕਿ ਪਹਾੜੀਏ ਚੜ੍ਹ ਕੇ ਆ ਰਹੇ ਹਨ, ਚੜ੍ਹਾਈ ਕਰਕੇ ਆ ਰਹੇ ਹਨ ਸਾਰੇ 22 ਧਾਰ ਦੇ ਰਾਜੇ ਇਕੱਠੇ ਹੋ ਕੇ 10,000 ਫੌਜ ਲੈ ਕੇ, ਤਾਂ ਸਤਿਗੁਰੂ ਜੀ ਦੇ ਦਰਬਾਰ ਵਿੱਚ ਉਸ ਵੇਲੇ ਗਿਣਤੀ ਦੇ 800 ਸਿੰਘ ਸਨ ਕੇਵਲ। ਸਤਿਗੁਰੂ ਜੀ ਨੇ ਸਭ ਨੂੰ ਕਿਹਾ ਖਾਲਸਾ ਜੀ ਤਿਆਰ ਬਰ ਤਿਆਰ ਹੋ ਜਾਓ, ਘੋੜਿਆਂ 'ਤੇ ਕਾਠੀਆਂ ਪਾ ਲਓ, ਸ਼ਸਤਰ ਸੰਭਾਲ ਲਵੋ। ਅਤੇ ਗੁਰੂ ਕੇ ਸਿੰਘਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਸਲਾਹ ਮਸ਼ਵਰਾ ਕੀਤਾ ਕਿ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਅਨੰਦਪੁਰ ਸਾਹਿਬ ਤੱਕ ਦੁਸ਼ਮਣ ਫੌਜਾਂ ਨੂੰ ਨਹੀਂ ਪਹੁੰਚਣ ਦੇਣਾ ਚਾਹੀਦਾ। ਅਨੰਦਪੁਰ ਸਾਹਿਬ ਤੋਂ ਬਾਰ-ਬਾਰ ਜਾ ਕੇ ਹੀ ਆਪਾਂ ਉਹਨਾਂ ਨੂੰ ਰੋਕ ਲਈਏ। ਇਸੇ ਤਰ੍ਹਾਂ ਕੀਤਾ ਗਿਆ। ਅਨੰਦਪੁਰ ਸਾਹਿਬ ਤੋਂ ਬਹੁਤ ਦੂਰ ਬਾਹਰ-ਬਾਹਰ ਜਾ ਕੇ ਗੁਰੂ ਕਾ ਖਾਲਸਾ ਡਟ ਗਿਆ। ਦੋਵੇਂ ਦਲ ਆਹਮਣੇ ਸਾਹਮਣੇ ਜਦੋਂ ਹੋਏ, ਗੋਲੀਆਂ ਦੀਆਂ ਵਿਛਾੜਾਂ ਚੱਲ ਪਈਆਂ, ਭਿਆਨਕ ਜੰਗ ਹੋਇਆ, ਜੋ ਸਾਰਾ ਵਰਤਾਂਤ ਆਪ ਜੀ ਨੇ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤਾ ਹੈ। ਗੁਰੂ ਕੇ ਖਾਲਸੇ ਨੂੰ ਲੜਦਿਆਂ ਵੇਖ ਕੇ ਸਤਿਗੁਰੂ ਜੀ ਨੇ ਇੱਕ ਸਿੰਘ ਨੂੰ ਭੇਜਿਆ ਕਿ ਖਾਲਸਿਆਂ ਨੂੰ ਕਹੋ ਕਿ ਅੱਗੇ ਨਹੀਂ ਵਧਣਾ। ਜੇ ਦੁਸ਼ਮਣ ਵੱਧ ਕੇ ਤੁਹਾਡੇ ਤੱਕ ਆਉਂਦਾ ਹੈ ਤਾਂ ਹੀ ਉਹਨਾਂ ਦੇ ਉੱਤੇ ਵਾਰ ਕਰੋ, ਭੱਜੇ ਜਾਂਦੇ ਉੱਤੇ ਵਾਰ ਨਹੀਂ ਕਰਨਾ। ਸੋ ਕੁਝ ਚਿਰ ਗੁਰੂ ਕਾ ਖਾਲਸਾ ਇਸ ਤਰ੍ਹਾਂ ਟਿਕ ਕੇ ਲੜਦਾ ਰਿਹਾ। ਫਿਰ ਜਦੋਂ ਪਹਾੜੀ ਰਾਜੇ ਇੱਕਦਮ ਆ ਕੇ ਪਏ ਬਹੁਤ ਭਾਰੀ ਫੌਜ ਦੇ ਨਾਲ,
ਤਾਂ ਗੁਰੂ ਕੇ ਖਾਲਸੇ ਨੇ ਵੀ ਇੱਧਰੋਂ ਜ਼ੋਰਦਾਰ ਹੱਲਾ ਬੋਲਿਆ। ਜੋਸ਼ ਦੇ ਵਿੱਚ ਆਏ ਹੋਏ ਸਿੰਘ ਅਗਾਂਹ ਤੱਕ ਚਲੇ ਗਏ, ਉਹਨਾਂ ਦੇ ਪਿੱਛੇ ਭੱਜਦੇ ਹੋਏ। ਸਤਿਗੁਰੂ ਨੇ ਵੇਖਿਆ ਕਿ ਇਹ ਹੁਣ ਯੁੱਧ ਨੀਤੀ ਤੋਂ ਉਲਟ ਹੋ ਰਿਹਾ, ਭੱਜੇ ਜਾਂਦੇ ਦੇ ਉੱਤੇ ਵਾਰ ਨਹੀਂ ਕਰਨਾ। ਇਹ ਗੁਰੂ ਕਾ ਸਿਧਾਂਤ ਹੈ, ਜਿਹੜਾ ਪਿੱਠ ਵਿਖਾ ਕੇ ਰਣ ਵਿੱਚੋਂ ਭੱਜੇ ਉਹਦਾ ਪਿੱਛਾ ਨਹੀਂ ਕਰਨਾ। ਤੇ ਗੁਰੂ ਕੇ ਸਿੰਘਾਂ ਨੂੰ ਕਿਹਾ ਸੀ ਕਿ ਤੁਸੀਂ ਅੱਗੇ ਨਹੀਂ ਵਧਣਾ, ਆਪਣੀ ਹੱਦ ਹਦੂਦ ਦੇ ਵਿੱਚ ਰਹਿ ਕੇ ਹੀ ਲੜਾਈ ਲੜਨੀ ਹੈ, ਜੰਗ ਲੜਨਾ ਹੈ। ਤਾਂ ਉਸ ਵੇਲੇ ਸਤਿਗੁਰੂ ਜੀ ਨੇ ਥੋੜ੍ਹਾ ਜਿਹਾ ਇੱਕ ਹੋਰ ਕੌਤਕ ਰਚਦਿਆਂ ਹੋਇਆਂ ਸਿੰਘਾਂ ਦੇ ਮਾਣ ਹੰਕਾਰ ਨੂੰ ਥੋੜ੍ਹਾ ਮੱਠਾ ਕਰਨ ਦੇ ਲਈ ਮੈਦਾਨੇ ਜੰਗ ਦੇ ਵਿੱਚੋਂ ਘੋੜਾ ਭਜਾ ਲਿਆ, ਅਨੰਦਪੁਰ ਸਾਹਿਬ ਵੱਲ ਨੂੰ ਚੱਲ ਪਏ। ਜਦੋਂ ਸਿੰਘਾਂ ਨੇ ਵੇਖਿਆ ਕਿ ਸਤਿਗੁਰੂ ਜੀ ਚਲੇ ਜਾ ਰਹੇ ਹੈ ਤਾਂ ਸਿੰਘਾਂ ਨੇ ਵੀ ਲੜਨਾ ਛੱਡ ਦਿੱਤਾ, ਸਾਰੇ ਹਥਿਆਰ ਛੱਡ ਕੇ ਪਿਛਾਂਹ ਨੂੰ ਮੁੜੇ। ਉੱਧਰ ਪਹਾੜੀਆਂ ਨੂੰ ਫੌਜਾਂ ਨੂੰ ਮੌਕਾ ਮਿਲ ਗਿਆ, ਉਹ ਇਹਨਾਂ 'ਤੇ ਧਾ ਕੇ ਪੈ ਗਏ, ਬਹੁਤ ਨੁਕਸਾਨ ਕੀਤਾ, ਬੜੀ ਕੁੱਟਮਾਰ ਹੋਈ, ਸ਼ਸਤਰਾਂ ਦਾ ਪ੍ਰਹਾਰ ਹੋਇਆ, ਬਹੁਤ ਸਾਰੇ ਸਿੰਘ ਜ਼ਖਮੀ ਹੋਏ, ਕੁਝ ਸ਼ਹੀਦ ਹੋਏ। ਇੰਨੇ ਨੂੰ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨੇੜੇ ਪਹੁੰਚੇ। ਉਹਨਾਂ ਵਿੱਚੋਂ ਇੱਕ ਨੌਰੰਗ ਸਿੰਘ ਗੁਰੂ ਕਾ ਖਾਲਸਾ, ਉਹ ਸਤਿਗੁਰੂ ਜੀ ਦੇ ਘੋੜੇ ਦੇ ਅੱਗੇ ਹੋ ਕੇ ਉਤਰ ਗਿਆ। ਉਹਨੇ ਲੀਕ ਖਿੱਚ ਕੇ ਆਖਿਆ, ਤੈਨੂੰ ਨੀਲਿਆ ਗੁਰੂ ਕਾ ਵਾਸਤਾ, ਇਸ ਤੋਂ ਅਗਾਂਹ ਕਦਮ ਨਾ ਪੁੱਟੀ। ਜਦੋਂ ਸਤਿਗੁਰੂ ਜੀ ਦੀ ਸਹੁੰ ਦੇ ਦਿੱਤੀ, ਘੋੜੇ ਨੇ ਅਗਾਂਹ ਕਦਮ ਨਾ ਪੁੱਟੇ। ਸਤਿਗੁਰੂ ਨੇ ਆਪਣੇ ਮੁਬਾਰਕ ਚਰਨਾਂ ਕਮਲਾਂ ਨਾਲ ਘੋੜੇ ਨੂੰ ਅੱਡੀਆਂ ਵੀ ਮਾਰੀਆਂ, ਛਮਕਾਂ ਵੀ ਮਾਰੀਆਂ, ਪਰ ਉਹ ਅਗਾਂਹ ਨਾ ਹੋਇਆ। ਸਤਿਗੁਰੂ ਨੇ ਘੋੜੇ ਦੇ ਨਾਲ, ਨੀਲੇ ਦੇ ਨਾਲ ਕੁਝ ਗੱਲਾਂ ਕੀਤੀਆਂ ਕਿ ਨੀਲਿਆ, ਤੂੰ ਪਿਛਲੇ ਜਨਮ ਦੇ ਵਿੱਚ ਮਸੰਦ ਸੀ, ਇਹਨਾਂ ਸਿੱਖਾਂ ਦੇ ਘਰਾਂ ਵਿੱਚੋਂ ਖਾਣਾ ਦਾਣਾ ਖਾਂਦਾ ਰਿਹਾ, ਮਾਲ ਪੱਤਾ ਛਕਦਾ ਰਿਹਾ, ਇਸ ਕਰਕੇ ਤੂੰ ਇਹਨਾਂ ਸਿੱਖਾਂ ਦੇ ਆਖੇ ਮੇਰੀ ਸਹੁੰ ਖਾ ਕੇ ਤੇ ਉੱਥੇ ਹੀ ਰੁਕ ਗਿਆ। ਘੋੜੇ ਨੇ ਹਾਂ ਦੇ ਵਿੱਚ ਸਿਰ ਹਿਲਾਇਆ, ਫਰਕਾਟਾ ਜਾਂ ਮਾਰਿਆ ਤੇ ਸਤਿਗੁਰੂ ਜੀ ਹੱਸ ਪਏ। ਤੇ ਉਸ ਤੋਂ ਬਾਅਦ ਸਾਰੇ ਸਿੰਘਾਂ ਨੂੰ ਕਹਿਣ ਲੱਗੇ ਕਿ ਖਾਲਸਾ ਜੀ ਮੈਦਾਨੇ ਜੰਗ ਛੱਡ ਕੇ ਕਿਉਂ ਭੱਜ ਆਏ ਹੋ? ਆਖਿਆ, ਮਹਾਰਾਜ ਜਦੋਂ ਗੁਰੂ ਹੀ ਉੱਥੇ ਨਹੀਂ ਹੈ ਤੇ ਅਸੀਂ ਕਿਵੇਂ ਲੜ ਸਕਦੇ ਹਾਂ? ਗੁਰੂ ਦਾ ਓਟ ਆਸਰਾ ਲੈ ਕੇ ਤਾਂ ਅਸੀਂ ਲੜ ਰਹੇ ਸੀ। ਸਤਿਗੁਰਾਂ ਨੇ ਚੇਤੇ ਕਰਵਾਇਆ, ਖਾਲਸਾ ਜੀ ਗੁਰੂ ਖਾਲਸਾ ਹੈ ਤੇ ਖਾਲਸਾ ਗੁਰੂ ਹੈ, ਤੁਹਾਨੂੰ ਇਹ ਅਸੀਸ ਬਖਸ਼ੀ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਇਸ ਕਰਕੇ ਮੈਦਾਨੇ ਜੰਗ ਵਿੱਚ ਜਾ ਕੇ ਡਟ ਜਾਓ। ਸਤਿਗੁਰਾਂ ਦੇ ਆਸ਼ੀਰਵਾਦ ਭਰੇ ਇਹ ਬਚਨ ਸੁਣ ਕੇ ਸਾਰੀਆਂ ਫੌਜਾਂ ਦੁਬਾਰਾ ਮੁੜ ਪਈਆਂ ਪਿਛਾਂਹ ਨੂੰ। ਗੁਰੂ ਕੇ ਖਾਲਸੇ ਮੈਦਾਨੇ ਜੰਗ ਨੂੰ ਪਹਾੜੀ ਰਾਜਿਆਂ ਦੇ ਉੱਤੇ ਇਉਂ ਟੁੱਟ ਕੇ ਪੈ ਗਏ ਜਿਵੇਂ ਮਿਰਗਾਂ ਦੇ ਉੱਤੇ ਸ਼ੇਰ ਟੁੱਟ ਕੇ ਪੈਂਦਾ, ਤੇ ਪਲਾਂ ਛਿਨਾਂ ਦੇ ਵਿੱਚ ਹੀ ਪਾਸਾ ਪਰਤ ਦਿੱਤਾ। ਖਾਲਸੇ ਦੀ ਫਤਿਹ ਹੋ ਗਈ, ਪਹਾੜੀ ਰਾਜੇ ਮੈਦਾਨੇ ਜੰਗ ਛੱਡ ਕੇ ਭੱਜ ਗਏ। ਇੱਧਰ ਗੁਰੂ ਕੇ ਖਾਲਸਿਆਂ ਨੇ ਜ਼ਖਮੀ ਹੋਏ ਸਿੰਘਾਂ ਨੂੰ, ਸ਼ਹੀਦ ਹੋਏ ਚੁੱਕੇ ਸਿੰਘਾਂ ਦੇ ਸਰੀਰਾਂ ਨੂੰ ਚੁੱਕਿਆ, ਦੇਹਾਂ ਨੂੰ ਚੁੱਕਿਆ, ਉੱਥੇ ਛੱਡ ਕੇ ਨਹੀਂ ਆਏ, ਅਨੰਦਪੁਰ ਸਾਹਿਬ ਪਹੁੰਚ ਗਏ। ਇੱਥੋਂ ਤੱਕ ਜੰਗ ਦਾ ਪ੍ਰਸੰਗ ਆਪਾਂ ਬੀਤੇ ਕੱਲ੍ਹ ਸਰਵਣ ਕੀਤਾ ਸੀ। ਥੋੜ੍ਹਾ ਜਿਹਾ ਜੰਗ ਦਾ ਪ੍ਰਸੰਗ ਹੋਰ ਅਗਲੇ ਅਧਿਆਏ ਦੇ ਵਿੱਚ ਆਏਗਾ, ਫਿਰ ਉਸ ਤੋਂ ਬਾਅਦ ਪ੍ਰਸੰਗ ਥੋੜ੍ਹਾ ਜਿਹਾ ਬਦਲ ਜਾਵੇਗਾ ਇਸ ਅਧਿਆਏ ਦੇ ਵਿੱਚ। ਆਓ ਜਿਵੇਂ ਅੱਗੇ ਪ੍ਰਸੰਗ ਆ ਰਿਹਾ, ਪਹਿਲਾਂ ਪਿਛਲੀ ਲੜੀ ਨੂੰ ਜੋੜਦੇ ਹੋਏ ਜੰਗ ਦਾ ਹਾਲ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗਏ ਪਹਾੜੀ ਧੂਰਤ, ਚਲਿਓ ਨਹੀਂ ਬਸ ਕੋਏ। ਪਹਾੜੀ ਰਾਜੇ ਮੈਦਾਨੇ ਜੰਗ ਦੇ ਵਿੱਚੋਂ ਸ਼ਿਕਸਤ ਖਾ ਕੇ, ਹਾਰ ਖਾ ਕੇ, ਝੂਰਦੇ ਹੋਏ ਵਾਪਸ ਚਲੇ ਗਏ ਆਪੋ ਆਪਣੇ ਟਿਕਾਣਿਆਂ ਦੇ ਉੱਤੇ। ਇਹਨਾਂ ਦਾ ਗੁਰੂ ਦੇ ਉੱਪਰ, ਗੁਰੂ ਕੇ ਖਾਲਸੇ ਫੌਜਾਂ ਦੇ ਉੱਪਰ ਕੋਈ ਵੱਸ ਨਹੀਂ ਚੱਲਿਆ। ਹਾਂ, ਕਹਿੰਦੇ ਸੈਂਕੜੇ ਸੂਰਮੇ ਯੋਧੇ ਵੀ ਅਸੀਂ ਆਪਣੇ ਮਰਵਾ ਲਏ ਆ ਮੈਦਾਨੇ ਜੰਗ ਵਿੱਚ, ਤੇ ਜਗ ਮੈਂ ਅਪਜਸ ਹੋਏ। ਸੰਸਾਰ ਦੇ ਵਿੱਚ ਸਾਡੀ ਬਦਨਾਮੀ ਵੀ ਬਹੁਤ ਹੋ ਗਈ ਹੈ ਕਿ 10,000 ਚੜ੍ਹ ਕੇ ਗਿਆ 800 ਦੇ ਉੱਤੇ ਤੇ ਉਹਨਾਂ ਤੋਂ ਹਾਰ ਕੇ ਆ ਗਿਆ, ਇਸ ਕਰਕੇ ਬਦਨਾਮੀ ਵੀ ਬਹੁਤ ਹੋ ਗਈ। ਫਿਰ ਉਸ ਤੋਂ ਬਾਅਦ ਇਹਨਾਂ ਰਾਜਿਆਂ ਨੇ ਇੱਕ ਜਗ੍ਹਾ ਦੇ ਉੱਤੇ ਇਕੱਤਰ ਹੋ ਕੇ ਇੱਕ ਬੈਠਕ ਬੁਲਾਈ, ਮੀਟਿੰਗ ਕੀਤੀ, ਉਹਦੇ ਵਿੱਚ ਸਲਾਹ ਮਸ਼ਵਰਾ ਕੀਤਾ। ਹਾਂ, ਕਹਿੰਦੇ ਲੜਾਈ ਤਾਂ ਕਦੇ ਵੀ ਭਲੀ ਨਹੀਂ ਹੁੰਦੀ, ਇਹ ਗੱਲ ਅਸੀਂ ਜਾਣ ਲਈ ਹੈ। ਲੜਨ ਤੋਂ ਬਾਅਦ ਕਹਿੰਦੇ ਹੈ ਕਿ ਲੜਾਈ ਦਾ ਮੂੰਹ ਚੰਗਾ ਨਹੀਂ ਹੁੰਦਾ, ਔਰ ਅਸੀਂ ਜਿੰਨੇ ਵਾਰੀ ਲੜਾਈ ਲੜੀ ਆ ਸਾਡੇ ਵਾਸਤੇ ਤਾਂ ਬਿਲਕੁਲ ਭਲੀ ਨਹੀਂ, ਸਾਡੇ ਭਲੇ ਵਿੱਚ ਨਹੀਂ ਹੋਈ, ਚੰਗੀ ਨਹੀਂ ਹੋਈ, ਕਿਉਂਕਿ ਅਸੀਂ ਗੁਰੂ ਦਾ ਕੁਝ ਵਿਗਾੜ ਨਹੀਂ ਸਕੇ, ਇਸ ਕਰਕੇ ਲੜਾਈ ਸਾਡੇ ਪੱਖ ਵਿੱਚ ਨਹੀਂ। ਪੰਡੋਰੀਆ ਰਾਜਾ ਭੀਮ ਚੰਦ ਇਹਨਾਂ ਪਹਾੜੀਆਂ ਦੇ ਵਿੱਚੋਂ ਜਿਹੜਾ ਵੱਡਾ ਰਾਜਾ ਸੀ ਕਹਿਣ ਲੱਗਾ, ਹਾਂ ਕਹਿੰਦਾ ਮੈਂ ਤਾਂ ਪਹਿਲਾਂ ਹੀ ਅਨੁਮਾਨ ਲਾ ਲਿਆ ਸੀ।
ਹਾਂ ਕਿ ਗੁਰੂ ਦੇ ਨਾਲ ਜੰਗ ਕਰਨੀ ਬਣ ਨਹੀਂ ਆਉਂਦੀ, ਅਸੀਂ ਮੈਦਾਨੇ ਜੰਗ ਵਿੱਚ ਪੂਰੇ ਨਹੀਂ ਉਤਰ ਸਕਦੇ। ਜਿਨ ਤੇ ਜੈ ਕਿਉ ਹੋ ਨਾ ਕੋ ਪਾਵੈ। ਹਾਂ ਕਿਉਂਕਿ ਗੁਰੂ ਤੋਂ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਵਿਜয়ੀ ਨਹੀਂ ਹੋ ਸਕਦੇ, ਜਿੱਤ ਨਹੀਂ ਪ੍ਰਾਪਤ ਕਰ ਸਕਦੇ। ਗੁਰ ਚੱਲ ਗਏ ਭਾਗ ਕਿਛ ਪਰੇ। ਹਾਂ ਕਹਿੰਦਾ ਜਦੋਂ ਗੁਰੂ ਸਾਹਿਬ ਮੈਦਾਨੇ ਜੰਗ ਦੇ ਵਿੱਚੋਂ ਕੁਝ ਪਾਸੇ ਨੂੰ ਚਲੇ ਗਏ ਸਨ, ਉਸ ਵੇਲੇ ਖਾਲਸੇ ਦੀਆਂ ਫੌਜਾਂ ਵਿੱਚ ਭਗਦੜ ਜ਼ਰੂਰ ਮਚ ਗਈ ਸੀ। ਠਹਿਰੇ ਬਹੁਰ ਬਾਣੀ ਮੁਰੇ। ਪਰ ਜਦੋਂ ਗੁਰੂ ਸਾਹਿਬ ਦੁਬਾਰਾ ਠਹਿਰ ਗਏ, ਰੁਕ ਗਏ, ਉਸੇ ਵੇਲੇ ਗੁਰੂ ਕੀ ਜਿਹੜੀ ਫੌਜ ਆ ਉਹ ਪਿਛਾਂਹ ਨੂੰ ਪਰਤ ਆਈ ਮੈਦਾਨੇ ਜੰਗ ਵਿੱਚ। ਬੜੀ ਮਾਰ ਐਸੀ ਕਿਛ ਆਏ। ਤੇ ਸਾਡੀਆਂ ਫੌਜਾਂ ਦੇ ਉੱਤੇ ਇਹੋ ਜਿਹੀ ਕੁਝ ਮਾਰ ਪਈ ਹੈ ਆ ਕੇ ਨਹੀਂ ਸੰਭਾਲ ਭਈ ਕਿਛ ਥਾਏ। ਹਾਂ ਕਹਿੰਦੇ ਕਿਸੇ ਤੋਂ ਸੰਭਾਲਿਆ ਹੀ ਨਹੀਂ ਗਿਆ, ਆਪਣੇ ਆਪ ਦੀ ਕਿਸੇ ਤੋਂ ਸੰਭਾਲ ਨਹੀਂ ਹੋ ਸਕੀ। 10,000 ਸੰਗ ਹੁੰਦੀ ਸਿਪਾਹਾ। ਸਾਡੇ ਨਾਲ ਭਾਵੇਂ 10,000 ਸਿਪਾਹੀ ਸਨ, ਵੱਡੀ ਫੌਜ ਸੀ। ਰਹੇ ਹਟਾਏ ਹਟੀ ਕੇ ਮਨਾਹੇ। ਅਸੀਂ ਹਟਾਉਂਦੇ ਵੀ ਰਹੇ, ਵਰਜਦੇ ਵੀ ਰਹੇ, ਪਰ ਉਹ ਹਟੇ ਨਹੀਂ, ਕਿਸੇ ਤਰੀਕੇ ਰੁਕੇ ਨਹੀਂ। ਆਪ ਤੁਰਕਨ ਕੀ ਸੈਨ ਚੜਾਓ। ਕਹਿੰਦੇ ਹੁਣ ਚਲੋ ਜੋ ਹੋ ਗਿਆ ਸੋ ਹੋ ਗਿਆ, ਹੁਣ ਅਸੀਂ ਤੁਰਕਾਂ ਦੀ ਸੈਨਾ, ਜਿਹੜੀ ਤੁਰਕਾਂ ਦੀ ਫੌਜ, ਮੁਗਲਾਂ ਦੀ ਫੌਜ ਚੜ੍ਹਾ ਕੇ ਲਿਆਵਾਂਗੇ। ਦੇਹੋ ਦਰਬ ਤੂਰਨ ਅਨਵਾਹੋ। ਤੇ ਪਹਾੜੀ ਰਾਜਿਓ ਇਉਂ ਕਰੋ, ਆਪਾਂ ਸਾਰੇ ਧਨ ਇਕੱਠਾ ਕਰਕੇ ਦਈਏ ਤੇ ਉਹਨਾਂ ਨੂੰ ਜਲਦੀ ਬੁਲਾਈਏ। ਸਭ ਗਿਰਪਤ ਕੇ ਸੱਚੇ ਵਿਸਧਾਨੈ। ਸਾਰੇ ਜਿੰਨੇ ਆਪਾਂ ਪਹਾੜੀ ਰਾਜੇ ਆ, 22 ਧਾਰ ਦੇ ਰਾਜੇ, ਆਪੋ ਆਪਣੇ ਸਚਿਵ ਜਿਹੜੇ ਅਹਿਲਕਾਰ ਹੈ, ਆਪੋ ਆਪਣੇ ਸਲਾਹਕਾਰ ਮੰਤਰੀ ਆ, ਉਹਨਾਂ ਨੂੰ ਭੇਜੀਏ। ਗੈਰ ਆਪਣੇ ਲੈ ਕਰ ਆਵੈ। ਉਹ ਜਾਣ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਦਿੱਲੀ, ਤੇ ਆਪਣੇ ਗੈਲ, ਆਪਣੇ ਪਿੱਛੇ ਪਿੱਛੇ ਆਪਣੇ ਨਾਲ ਫੌਜਾਂ ਨੂੰ ਲੈ ਕੇ ਆਉਣ। ਮਾਨੀ ਭੂਪ ਚੰਦ ਹੰਡੂਰੇ। ਜਦੋਂ ਭੀਮ ਚੰਦ ਨੇ ਇਹ ਗੱਲ ਆਖੀ ਤੇ ਭੂਪ ਚੰਦ ਜਿਹੜਾ ਹੰਡੂਰੀਆ ਰਾਜਾ ਸੀ, ਉਹਨੇ ਇਹ ਗੱਲ ਮੰਨ ਲਈ। ਭਨੀ ਘਮੰਡ ਚੰਦ ਵੀ ਰੋਏ। ਘਮੰਡ ਚੰਦ ਜਿਹੜਾ ਪਹਿਲਾਂ ਕਹਿੰਦਾ ਸੀ ਵੀ ਜੰਗ ਲੜਨ ਤੋਂ ਬਿਨਾਂ ਹੋਰ ਕੋਈ ਰਸਤਾ ਹੀ ਨਹੀਂ ਹੈ, ਜਾਂ ਗੁਰੂ ਨੂੰ ਫੜ ਲਿਆਵਾਂਗੇ, ਗ੍ਰਿਫਤਾਰ ਕਰ ਲਵਾਂਗੇ, ਮਾਰ ਦੇਵਾਂਗੇ ਜਾਂ ਭਜਾ ਦੇਵਾਂਗੇ, ਉਹਨੇ ਵੀ ਆਖਿਆ ਨਹੀਂ ਭਾਈ, ਹੁਣ ਤੁਹਾਡੀ ਇਹ ਗੱਲ ਠੀਕ ਹੈ। ਤਤਸ਼ਿਨ ਦਿੱਲੀ ਸਚਲ ਪਠਾਏ। ਉਸੇ ਵੇਲੇ ਇਹਨਾਂ ਰਾਜਿਆਂ ਨੇ ਆਪਸ ਵਿੱਚ ਸਲਾਹ ਮਸ਼ਵਰਾ ਕਰਕੇ ਆਪਣੇ ਆਦਮੀ, ਆਪਣੇ ਮੰਤਰੀ ਦਿੱਲੀ ਨੂੰ ਭੇਜ ਦਿੱਤੇ। ਮਿਲੇ ਸੋ ਔਰੰਗ ਕੇ ਉਮਰਾਏ। ਤੇ ਉਹ ਜਾ ਕੇ ਔਰੰਗੇ ਦੇ ਨਰੰਗੇ ਦੇ ਉਮਰਾਵਾਂ ਨੂੰ, ਅਹਿਲਕਾਰਾਂ ਨੂੰ ਮਿਲੇ। ਸਕਲ ਜਿਗਰ ਤਨ ਖੋਲ ਸੁਨਾਇਓ। ਸਾਰਾ ਜ਼ਿਕਰ, ਸਾਰਾ ਹਾਲ, ਸਾਰਾ ਵਰਤਾਂਤ ਮੈਦਾਨੇ ਜੰਗ ਦਾ ਉਹਨਾਂ ਨੇ ਖੋਲ ਕੇ ਸੁਣਾ ਦਿੱਤਾ। ਦਰਬ ਇਤਿਕ ਤੁਮ ਨਿਕਟ ਪਠਾਇਓ। ਕਹਿਣ ਲੱਗੇ ਕਿ ਇੰਨਾ ਕੁ ਧਨ ਫਿਲਹਾਲ ਪਹਾੜੀ ਰਾਜਿਆਂ ਨੇ ਤੁਹਾਡੇ ਵਾਸਤੇ ਤੁਹਾਡੇ ਕੋਲ ਭੇਜਿਆ ਸਾਡੇ ਰਾਹੀਂ। ਪੁੰਨ ਕਦੀਮ ਹੈ ਪ੍ਰਜਾ ਤੁਮਾਰੇ। ਨਾਲ ਇਹ ਵੀ ਆਖਿਆ ਕਿ ਅਸੀਂ ਤਾਂ ਪੁਨ ਕਦੀਮ ਤੋਂ ਬਹੁਤ ਲੰਮੇ ਸਮੇਂ ਤੋਂ ਤੁਹਾਡੀ ਪ੍ਰਜਾ ਹਾਂ। ਮਨੋ ਆਪ ਸਭ ਕੀ ਰਖਵਾਰੇ। ਤੁਸੀਂ ਕਿਰਪਾ ਕਰੋ, ਆ ਕੇ ਸਾਡੀ ਰਖਵਾਲੀ ਕਰੋ, ਸਾਡੇ ਰਖਵਾਲੇ ਬਣ ਕੇ ਆਵੋ। ਗੁਰਤੇ ਦੇਕਰ ਹਾਥ ਬਚਾਓ। ਸਾਨੂੰ ਤੁਸੀਂ ਆਪਣਾ ਹੱਥ ਦੇ ਕੇ ਗੁਰੂ ਤੋਂ ਬਚਾਓ, ਸਾਡੀ ਰੱਖਿਆ ਕਰੋ। ਪੁੰਨ ਤਨ ਪੜੈ ਅਦੇਕ ਇਤ ਆਹੋ। ਹਾਂ ਜਦੋਂ ਤੁਸੀਂ ਆਓਗੇ ਸਾਡੇ ਕੋਲ, ਜਿੱਤ ਜਾਵਾਂਗੇ, ਜਿੱਤ ਹੋ ਜਾਵੇਗੀ, ਗੁਰੂ ਨੂੰ ਹਰਾ ਦੇਵਾਂਗੇ। ਕਹਿੰਦੇ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰਾ ਧਨ ਤੁਹਾਨੂੰ ਦਿੱਤਾ ਜਾਵੇਗਾ। ਏਮ ਗਿਰਪਤ ਬੋ ਸਚਲ ਪਠਾਏ। ਇਸ ਪ੍ਰਕਾਰ ਗਿਰਪਤੀਆਂ ਨੇ, ਪਹਾੜਾਂ ਦੇ ਮਾਲਕਾਂ ਨੇ, ਪਹਾੜੀ ਰਾਜਿਆਂ ਨੇ ਬਹੁਤ ਸਾਰੇ ਮੰਤਰੀ ਅਹਿਲਕਾਰ ਭੇਜੇ। ਇਤੇ ਅਨੰਦਪੁਰ ਸਤਿਗੁਰ ਆਏ। ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਵਿਖੇ ਆ ਗਏ। ਕਰਿਓ ਕਰਾਵੋ ਵਜੀ ਵਧਾਏ। ਗੁਰੂ ਕੀਆਂ ਸੰਗਤਾਂ ਨੇ, ਖਾਲਸੇ ਨੇ ਕੜਾਹ ਪ੍ਰਸ਼ਾਦ ਦੇ ਖੁੱਲੇ ਗੱਫੇ ਬਣਾਏ, ਦੇਗੇ ਭਰ ਭਰ ਕੇ ਕੜਾਹ ਪ੍ਰਸ਼ਾਦ ਬਣਾਇਆ ਤੇ ਬਹੁਤ ਵਧਾਈਆਂ ਵਜੀਆਂ, ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ ਕਿ ਮੈਦਾਨੇ ਜੰਗ ਵਿੱਚ ਖਾਲਸੇ ਦੀ ਫਤਿਹ ਹੋਈ ਹੈ। ਆਏ ਜੀਤ ਸ਼ਤਰੂ ਸਮੁਦਾਏ। ਹਾਂ ਇਸ ਕਰਕੇ ਵਧਾਈਆਂ ਦੇ ਰਹੇ ਆ ਕਿ ਗੁਰੂ ਕੀਆਂ ਫੌਜਾਂ, ਗੁਰੂ ਕੇ ਖਾਲਸੇ ਸਤਿਗੁਰੂ ਸਾਹਿਬ ਇੰਨੇ ਸਾਰੇ ਦੁਸ਼ਮਣਾਂ ਨੂੰ ਜਿੱਤ ਕੇ ਆਏ ਹਨ। ਦਾਨ ਬ੍ਰਿੰਦਰ ਕਨ ਕੋ ਦੀਨਾ। ਉਸ ਵੇਲੇ ਜਿਹੜੇ ਗਰੀਬ ਲੋਕ ਸਨ, ਉਹਨਾਂ ਨੂੰ ਬਹੁਤ ਖੁੱਲਾ ਧਨ ਪਦਾਰਥ ਦਾਨ ਆਦਿਕ ਦਿੱਤਾ ਖੁਸ਼ੀ ਵਿੱਚ। ਜਸ ਪਸਾਰਨ ਜੈ ਕੈ ਕੀਨਾ। ਉਹਨਾਂ ਨੇ ਸਤਿਗੁਰੂ ਜੀ ਦੀ ਬੜੀ ਮਹਿਮਾ, ਸਤਿਗੁਰਾਂ ਦਾ ਬੜਾ ਜਸ ਜੈ ਕੈ ਜਿੱਥੇ ਕਿੱਥੇ ਜਾ ਕੇ ਕੀਤਾ। ਮੰਗਲ ਕਰੇ ਅਨੇਕ ਪਰ
ਇਸ ਪ੍ਰਕਾਰ ਅਨੇਕਾਂ ਪ੍ਰਕਾਰ ਕੇ ਗੁਰੂ ਅਨੇਕਾਂ ਪ੍ਰਕਾਰ ਕਰਕੇ ਅਨੇਕਾਂ ਵਿਧੀਆਂ ਕਰਕੇ ਗੁਰੂ ਕੇ ਖਾਲਸੇ ਗੁਰੂ ਕੇ ਸਿੱਖ ਸੰਗਤਾਂ ਮੰਗਲ ਕਰ ਰਹੇ ਹਨ, ਖੁਸ਼ੀਆਂ ਮਨਾ ਰਹੇ ਹਨ। ਮੰਗਲ ਮੂਲ ਗੁਰੂ ਦਾ ਤਾਰਾ। ਹਾਂ, ਪਰ ਇਹਨਾਂ ਖੁਸ਼ੀਆਂ ਦਾ ਮੂਲ ਖੁਸ਼ੀਆਂ ਦਾ ਮੁੱਢ ਤਾਂ ਗੁਰੂ ਦਾਤਾਰ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਨ। ਵਜੇ ਮਿਰਦੰਗ ਰਬਾਬ ਘਨੇਰੇ। ਹਾਂ, ਕੀਰਤਨ ਹੋ ਰਿਹਾ, ਮਰਦੰਗ ਵੱਜ ਰਿਹਾ, ਰਬਾਬਾਂ ਖੜਕ ਰਹੀਆਂ, ਗੁਰੂ ਕੀ ਬਾਣੀ ਦਾ ਜਸ ਹੋ ਰਿਹਾ ਹੈ। ਗਾਵੇਂ ਸ਼ਬਦ ਸੁਖਦ ਗੁਰ ਕੇਰੇ। ਹਾਂ, ਗੁਰੂ ਕੇ ਸੁਖਦ ਸੁਖ ਦੇਣ ਵਾਲੇ ਸ਼ਬਦ ਰਾਗੀ ਸਿੰਘ ਗਾਇਨ ਕਰ ਰਹੇ ਹਨ। ਭਾਏ ਸਾਲ ਪੱਤਰ ਕੋ ਲਾਏ। ਹਾਂ, ਜਿਹੜੇ ਘਾਇਲ ਸਨ, ਜ਼ਖਮੀ ਹੋਏ ਸਨ, ਉਹਨਾਂ ਦੇ ਸਾਲ ਪੱਤਰ ਕਹੀਏ ਮਰਮ ਪੱਟੀ ਗੁਰੂ ਕੇ ਸਿੰਘਾਂ ਨੇ ਕੀਤੀ। ਮਿਲੇ ਘਾਉਟ ਤੁਰਤ ਨਹਾਏ। ਹਾਂ, ਜਦੋਂ ਕਹਿੰਦੇ ਉਹਨਾਂ ਦੇ ਘਾਵ ਉਹਨਾਂ ਦੇ ਫੱਟ ਮਿਲ ਗਏ, ਠੀਕ ਹੋ ਗਏ ਉਹ ਕੁਝ, ਤੇ ਉਸ ਵੇਲੇ ਉੱਠ ਕੇ ਉਹਨਾਂ ਨੇ ਤੁਰੰਤ ਹੀ ਇਸ਼ਨਾਨ ਕੀਤਾ। ਏਤਕ ਦੇਣਾ ਇਸ ਰੀਤ ਬਤੀਤੇ। ਕਈ ਦਿਨ ਇਸ ਪ੍ਰਕਾਰ ਇਸ ਰੀਤੀ ਦੇ ਮੁਤਾਬਕ ਬਤੀਤ ਹੋ ਗਏ। ਆਏ ਜਾਏ ਸਿੱਖ ਸੰਗਤ ਪ੍ਰੀਤੇ। ਬਹੁਤ ਸਾਰੀ ਸਿੱਖ ਸੰਗਤ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਉਂਦੀ ਹੈ, ਦਰਸ਼ਨ ਕਰਕੇ ਜਾ ਰਹੀ ਹੈ, ਬੜੇ ਪ੍ਰੀਤ ਬੜੀ ਪ੍ਰੇਮ ਦੇ ਸਹਿਤ। ਇੱਕ ਦਿਨ ਸਤਿਗੁਰ ਸਮਾ ਲਗਾਏ। ਸੋ ਇੱਥੋਂ ਤੱਕ ਇਹ ਮੈਦਾਨੇ ਜੰਗ ਦਾ ਜਿਹੜਾ ਪ੍ਰਸੰਗ ਹੈ ਸੋ ਉਹ ਸੰਪੂਰਨ ਹੋ ਚੁੱਕਿਆ। ਅੱਗੇ ਜਿਹੜਾ ਪ੍ਰਸੰਗ ਆ ਰਿਹਾ ਹੈ, 100 ਸਾਖੀ ਦੇ ਕਰਤੇ ਨੇ ਭਾਈ ਗੁਰਬਖਸ਼ ਸਿੰਘ ਜੀ, ਭਾਈ ਰਾਮ ਕੋਇਰ ਜੀ ਨੇ, ਜਿਵੇਂ ਉਹ 100 ਸਾਖੀ ਦੇ ਵਿੱਚ ਵਰਣਨ ਕੀਤਾ ਹੈ, ਸੋ ਇੱਥੋਂ ਅੱਗੇ ਹੋਰ ਪ੍ਰਸੰਗ ਥੋੜ੍ਹਾ ਜਿਹਾ ਬਦਲਵਾਂ ਚੱਲ ਰਿਹਾ ਹੈ। ਦ੍ਰਿਸ਼ਟਕੂਟਾਂ ਵਰਤੀਆਂ, ਜਿਵੇਂ ਦ੍ਰਿਸ਼ਟਕੂਟ ਇੱਕ ਦਿਨ ਪਹਿਲਾਂ ਵੀ ਅਰਜ਼ ਕੀਤੀ ਸੀ ਕਿ ਕੁਝ ਸ਼ਬਦਾਂ ਦੇ ਵਿੱਚ ਲੁਕੋ ਕੇ ਛੁਪਾ ਕੇ ਅਰਥ ਦਿੱਤੇ ਹੁੰਦੇ ਆ, ਆਮ ਸਿੱਧਾ ਪੜ੍ਹਨ ਵਾਲੇ ਨੂੰ ਉਹਨਾਂ ਦੀ ਸਮਝ ਨਹੀਂ ਲੱਗਦੀ। ਸੋ ਦ੍ਰਿਸ਼ਟੀ ਘੁੰਮ ਜਾਂਦੀ ਹੈ, ਚਾਰੇ ਕੂਟਾਂ ਦੇ ਵਿੱਚ ਬੁੱਧੀ ਘੁੰਮ ਜਾਂਦੀ ਹੈ, ਉਹਨੂੰ ਦ੍ਰਿਸ਼ਟਕੂਟ ਕਿਹਾ ਜਾਂਦਾ। ਸੋ ਇਸ ਅਧਿਆਏ ਦੇ ਵਿੱਚ ਥੋੜ੍ਹੀਆਂ ਜਿਹੀਆਂ ਦ੍ਰਿਸ਼ਟਕੂਟਾਂ ਆਉਣਗੀਆਂ, ਜਿਵੇਂ 100 ਸਾਖੀ ਦੇ ਕਰਤੇ ਨੇ ਲਿਖੀਆਂ ਹਨ, ਉਸੇ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਵਿੱਚ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਥਨ ਕਰ ਦਿੱਤੀਆਂ। ਆਓ ਜਿਵੇਂ ਪ੍ਰਸੰਗ ਚੱਲ ਰਿਹਾ ਅੱਗੇ ਸਰਵਣ ਕਰੀਏ। ਬੈਠੇ ਸਿੰਘ ਆਦ ਸਮੁਦਾਏ। ਹਾਂ, ਇੱਕ ਦਿਨ ਸਤਿਗੁਰ ਸਭਾ ਲਗਾਏ। ਇੱਕ ਦਿਨ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਲੱਗਿਆ ਹੋਇਆ, ਦੀਵਾਨ ਲਾ ਕੇ ਸਤਿਗੁਰੂ ਜੀ ਬੈਠੇ ਹਨ। ਬੈਠੇ ਸਿੰਘ ਆਦ ਸਮੁਦਾਏ। ਬਹੁਤ ਸਾਰੇ ਸਿੰਘ ਸਤਿਗੁਰੂ ਜੀ ਦੇ ਇਰਦ ਗਿਰਦ ਬੇਅੰਤ ਬੇਅੰਤ ਗੁਰੂ ਦੀਆਂ ਸੰਗਤਾਂ, ਗੁਰੂ ਕਾ ਖਾਲਸਾ ਜੁੜ ਬੈਠਿਆ ਹੈ। ਵੀਰ ਸਿੰਘ ਜਸਪਾਲੀ ਆਇਓ। ਸਤਿਗੁਰ ਦੇ ਦਰਬਾਰ ਦੇ ਵਿੱਚ ਭਾਈ ਵੀਰ ਸਿੰਘ ਜਸਪਾਲੀਆ ਵੀ ਆਇਆ ਹੈ। ਮਿਲ ਸ਼੍ਰੀ ਪ੍ਰਭ ਕੋ ਸੀਸ ਨਵਾਇਓ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਾਪ ਕਰਕੇ ਮਿਲ ਕੇ ਸਤਿਗੁਰੂ ਜੀ ਨੂੰ ਸੀਸ ਨਵਾਇਆ, ਨਮਸਕਾਰ ਕੀਤੀ। ਮਦਨ ਸਿੰਘ ਰਾਜਪੂਤ ਦਰਸ਼ਕਾਰ। ਹਾਂ, ਰਾਜਪੂਤਾਂ ਦੇ ਵਿੱਚੋਂ ਜਿਹੜਾ ਸਿੰਘ ਸਜਿਆ ਭਾਈ ਮਦਨ ਸਿੰਘ, ਉਹਨੇ ਵੀ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਬੰਦਨ ਕਰੀ ਸਮਾ ਮੈਂ ਹੋਇਆ ਥਿਰ। ਹਾਂ, ਸਤਿਗੁਰੂ ਜੀ ਨੂੰ ਆ ਕੇ ਨਮਸਕਾਰ ਕੀਤੀ, ਮੱਥਾ ਟੇਕਿਆ, ਬੰਦਨਾ ਕਰਕੇ ਨਮਸਕਾਰ ਕਰਕੇ ਸਭਾ ਵਿੱਚ ਦੀਵਾਨ ਵਿੱਚ ਸਥਿਤ ਹੋ ਕੇ ਬੈਠ ਗਿਆ। ਇਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਗੁਰੂ ਕੀਆਂ ਸੰਗਤਾਂ ਆਪਣੇ ਬੇਗਾਨੇ ਜਿਨ੍ਹਾਂ ਦੇ ਨਾਲ ਜਾਣ ਪਛਾਣ ਹੈ, ਜਿਨ੍ਹਾਂ ਦੇ ਨਾਮ ਜਾਣਦੇ ਹਨ ਭਾਈ ਗੁਰਬਖਸ਼ ਸਿੰਘ ਜੀ, ਤੇ ਜਾਂ ਜੋ ਕੋਈ ਨਵੀਆਂ ਸੰਗਤਾਂ ਆਈਆਂ ਹਨ, ਬਹੁਤ ਸਾਰੀ ਸੰਗਤ ਇਕੱਤਰ ਹੋਈ। ਬੈਠੇ ਸਕਲ ਸੁਨਹਿ ਬਚਕਾਨੇ। ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਸਥਿਤ ਹੋ ਕੇ ਬੈਠੇ ਹਨ। ਸਤਿਗੁਰੂ ਜੀ ਜੋ ਬਚਨ ਆਪਣੇ ਮੁਖਾਰਬਿੰਦ ਤੋਂ ਕਰ ਰਹੇ ਹਨ, ਉਹ ਕੰਨਾਂ ਦੇ ਨਾਲ ਸਰਵਣ ਕਰ ਰਹੇ ਹਨ। ਸ਼ਾਮ ਸਿੰਘ ਪ੍ਰਭ ਕੇ ਟਿਕ ਬੈਸਾ। ਇਸੇ ਤਰ੍ਹਾਂ ਇੱਕ ਹੋਰ ਗੁਰੂ ਕਾ ਸਿੰਘ ਭਾਈ ਸ਼ਾਮ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠਾ ਹੈ। ਹਾਥ ਜੋੜ ਬੂਝਤ ਪਾ ਐਸਾ। ਹੱਥ ਜੋੜ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਪੁੱਛਣ ਲੱਗਾ, ਸ਼੍ਰੀ ਪ੍ਰਭ ਚਿਤ ਸੰਸਹਿ ਹੋ ਮੇਰੇ। ਹੇ ਮਹਾਰਾਜ ਸੱਚੇ ਪਾਤਸ਼ਾਹ ਸ਼ੁਭਾਏਮਾਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਮੇਰੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਸੰਸਾ ਹੈ, ਵੱਡੀ ਸ਼ੰਕਾ ਹੈ। ਉੱਤਰ ਕਹੋ ਆਪ ਇਸ ਮੇਰੇ। ਤੇ ਆਪ ਜੀ ਕਿਰਪਾ ਕਰੋ, ਮੇਰੇ ਇਸ ਸਵਾਲ ਦਾ ਇਸ ਵੇਲੇ ਉੱਤਰ ਦੇਣਾ ਕਰੋ। ਹਿੰਦੂ ਮੁਸਲਮਾਨ ਹੈ ਘਣੇ। ਮਹਾਰਾਜ ਸੱਚੇ ਪਾਤਸ਼ਾਹ ਹਿੰਦੂ ਅਤੇ ਮੁਸਲਮਾਨ ਸਾਡੇ ਦੇਸ਼ ਦੇ ਵਿੱਚ ਘਣੇ ਆ, ਬਹੁਤ ਜ਼ਿਆਦਾ ਹਨ। ਜੈ ਕੈ ਜਗ ਮੈਂ ਦੁਸ਼ਟ ਸੋ ਬਨੇ।
ਤੇ ਮਹਾਰਾਜ ਉਹਨਾਂ ਵਿੱਚੋਂ ਬਹੁਤ ਸਾਰੇ ਜੈ ਕਹਿ ਜਿੱਥੇ ਕਿੱਥੇ ਉਹ ਦੁਸ਼ਟ ਵੀ ਬਣ ਗਏ ਆ, ਪ੍ਰਜਾ ਦੇ ਉੱਤੇ ਅਤਿਆਚਾਰ ਵੀ ਕਰਦੇ ਆ, ਜ਼ਾਲਮ ਵੀ ਬਣ ਗਏ ਹਨ। ਪੰਥ ਖਾਲਸਾ ਹੋਏ ਸਦੋਰਾ। ਮਹਾਰਾਜ ਆਪ ਜੀ ਨੇ ਜੋ ਖਾਲਸਾ ਪੰਥ ਸਾਜਿਆ ਹੈ, ਪਰ ਇਹਦੀ ਗਿਣਤੀ ਤਾਂ ਬਹੁਤ ਥੋੜੀ ਹੈ, ਤਾਂ ਬਹੁਤ ਥੋੜਾ ਹੈ ਗਿਣਤੀ ਵਿੱਚ। ਬਦਤ ਕਹੂੰ ਕਹੂੰ ਕੋ ਟੋਰਾ। ਤੇ ਮਹਾਰਾਜ ਸੱਚੇ ਪਾਤਸ਼ਾਹ ਪਈਅਤ ਕਹੂੰ ਕਹੂੰ ਕੋ ਟੋਰਾ, ਟੋਲਿਆਂ ਲੱਭਿਆਂ ਕੋਈ ਕੋਈ ਪਾਈਦਾ, ਕੋਈ ਕੋਈ ਪ੍ਰਾਪਤ ਕਰਦੇ ਆ, ਕੋਈ ਕੋਈ ਹੀ ਮਿਲਦਾ ਵਿਰਲਾ। ਸਕਲ ਸ਼ਤਰ ਕੋ ਹੱਥ ਕਰ ਕੈਸੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਸ਼ਤਰੂਆਂ ਨੂੰ, ਸਾਰੇ ਦੁਸ਼ਮਣਾਂ ਨੂੰ ਗੁਰੂ ਕਾ ਖਾਲਸਾ ਕਿਵੇਂ ਹਤੇਗਾ, ਕਿਵੇਂ ਉਹਨਾਂ ਦਾ ਨਾਸ਼ ਕਰੇਗਾ। ਰਾਜ ਪਾਏ ਕਿਮ ਕਹੀਐ ਤੈਸੇ। ਮਹਾਰਾਜ ਗੁਰੂ ਕਾ ਖਾਲਸਾ ਰਾਜ ਕਿਵੇਂ ਕਰੇਗਾ, ਰਾਜ ਕਿਵੇਂ ਨੂੰ ਪ੍ਰਾਪਤ ਹੋਵੇਗਾ। ਇਹ ਤਾਂ ਹੈ ਬੜੀ ਥੋੜੀ ਗਿਣਤੀ ਵਿੱਚ, ਕਿਵੇਂ ਰਾਜ ਦੀ ਪ੍ਰਾਪਤੀ ਹੋਵੇਗੀ, ਆਪ ਜੀ ਦੱਸੋ। ਵਧੇ ਤੇ ਜੋ ਕਿਮ ਲਹਿ ਧਰਮੇ। ਮਹਾਰਾਜ ਕਿਵੇਂ ਤੇਜ ਪ੍ਰਤਾਪ ਗੁਰੂ ਕੇ ਖਾਲਸੇ ਦਾ ਵਧੇਗਾ, ਤੇ ਕਿਵੇਂ ਇਹ ਧਰਨੀ, ਇਹ ਧਰਤੀ ਲਵੇਗਾ, ਧਰਤੀ ਉੱਤੇ ਰਾਜ ਕਰੇਗਾ। ਹੈ ਰਾਜ ਕੌਣ ਕਰ ਧਰਮੇ। ਤੇ ਮਹਾਰਾਜ ਜੇਕਰ ਗੁਰੂ ਕਾ ਖਾਲਸਾ ਰਾਜ ਲੈ ਵੀ ਲੈਂਦਾ ਹੈ, ਤੇ ਇਹ ਰਾਜ ਦਾ ਠਹਿਰਾਓ ਕਿਵੇਂ ਹੋਵੇਗਾ, ਰਾਜ ਭਾਗ ਕਾਇਮ ਕਿਵੇਂ ਰਹੇਗਾ, ਕਿਹੜੀ ਕਰਨੀ ਪਵੇਗੀ। ਬਹੁਤਨ ਕੀਕਰਤ ਅਲਪ ਕਰੈ ਕਿਮਾ। ਹਾਂ ਮਹਾਰਾਜ ਸੱਚੇ ਪਾਤਸ਼ਾਹ ਦੁਸ਼ਮਣ ਬਹੁਤੇ ਹੈ ਤੇ ਖਾਲਸਾ ਥੋੜਾ ਹੈ, ਤੇ ਬਹੁਤਿਆਂ ਦੀ ਕਿਰਤ ਕਿਵੇਂ ਕਰੇਗਾ, ਬਹੁਤਿਆਂ ਵਿੱਚ ਕੰਮਕਾਜ ਕਿਵੇਂ ਚੱਲੇਗਾ ਖਾਲਸੇ ਦਾ। ਅਲਪ ਕੀ ਬਹੁਤਨ ਤੇ ਕਿਮਾ। ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਟਿਕਿਆ ਰਹੇਗਾ ਖਾਲਸੇ ਦਾ ਰਾਜ, ਬਹੁਤਿਆਂ ਦੇ ਵਿੱਚ ਇਹ ਥੋੜੀ ਗਿਣਤੀ ਵਾਲਿਆਂ ਦਾ ਰਾਜ ਕਿਵੇਂ ਟਿਕੇਗਾ। ਹਿੰਦੂ ਤੁਰਕਨ ਬੜੋ ਸਮਾਜੋ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਹਿੰਦੂ ਹੈ ਤੇ ਤੁਰਕ ਮੁਗਲ ਪਠਾਨ ਹੈ, ਇਹਨਾਂ ਦਾ ਤਾਂ ਬੜਾ ਵੱਡਾ ਸਮਾਜ ਹੈ, ਬਹੁ ਗਿਣਤੀ ਵਿੱਚ ਹਨ। ਸਭ ਰਿਪ ਪਰ ਕਿਮ ਠਹਿਰੈ ਰਾਜੋ। ਤੇ ਮਹਾਰਾਜ ਸੱਚੇ ਪਾਤਸ਼ਾਹ ਇੰਨੇ ਸਾਰੇ ਦੁਸ਼ਮਣ, ਖਾਲਸਾ ਥੋੜੀ ਗਿਣਤੀ ਵਿੱਚ, ਇਹਨਾਂ ਬਹੁਤਿਆਂ ਦੇ ਹੁੰਦਿਆਂ ਹੋਇਆਂ ਖਾਲਸੇ ਦਾ ਰਾਜ ਭਾਗ ਕਿਵੇਂ ਟਿਕੇਗਾ। ਕਹੀਐ ਪੰਥ ਸੁਨੇ ਪ੍ਰਭ ਤੇਰਾ। ਹੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਕਹੋ, ਇਹਨਾਂ ਸਵਾਲਾਂ ਦਾ ਜਵਾਬ ਦਿਓ, ਕਿਉਂਕਿ ਤੇਰਾ ਪੰਥ, ਤੁਹਾਡਾ ਪੰਥ, ਗੁਰੂ ਕੀ ਖਾਲਸਾ ਸੰਗਤ ਹੁਣ ਜੁੜ ਬੈਠੀ ਹੈ, ਸਾਰੇ ਸੁਣਨਾ ਚਾਹੁੰਦੇ ਹਨ। ਹਾਨ ਲਾਭ ਜਾਣੇ ਇਸ ਬੇਰਾ। ਮਹਾਰਾਜ ਸੱਚੇ ਪਾਤਸ਼ਾਹ ਹਾਨੀ ਅਤੇ ਲਾਭ, ਨੁਕਸਾਨ ਕੀ ਹੋਵੇਗਾ, ਫਾਇਦਾ ਕੀ ਹੋਵੇਗਾ, ਇਹ ਸਭ ਕੁਝ ਇਸ ਵੇਲੇ ਜਾਣਨਾ ਚਾਹੁੰਦੇ ਹਨ। ਵਰਤੈ ਵਰਤਾਰਾ ਜਗ ਜਥਾ। ਹਾਂ ਸੰਸਾਰ ਦੇ ਵਿੱਚ, ਜਗਤ ਦੇ ਵਿੱਚ ਜਿਸ ਤਰ੍ਹਾਂ ਦਾ ਵਰਤਾਰਾ ਵਰਤੇਗਾ, ਜਿਸ ਤਰ੍ਹਾਂ ਦੀ ਖੇਡ ਵਰਤੇਗੀ। ਸ੍ਰੀ ਮੁਖ ਸੁੰਦਰ ਤੇ ਕਹਿ ਤਥਾ। ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਸੁੰਦਰ ਸੁਭਾਏਮਾਨ ਮੁਖਾਰਬਿੰਦ ਤੋਂ ਉਸ ਵੇਲੇ ਕਹਿਣ ਲੱਗੇ, ਦੋਹਰਾ ਵਰਤਾਰਾ ਵਰਤੈ ਜਗਤ ਸੁਣੋ, ਜਗਤ ਸੁਣੋ ਸਿੱਖ ਚਿਤ ਲਾਏ। ਹਾਂ ਕਹਿੰਦੇ ਸੰਸਾਰ ਦੇ ਵਿੱਚ, ਜਗਤ ਦੇ ਵਿੱਚ ਕਿਵੇਂ ਵਰਤਾਰਾ ਵਰਤੇਗਾ, ਕਿਵੇਂ ਹੋਣੀ ਹੋਵੇਗੀ। ਸਤਿਗੁਰੂ ਜੀ ਕਹਿੰਦੇ, ਹੇ ਗੁਰੂ ਕੇ ਸਿੱਖੋ, ਚਿੱਤ ਲਾ ਕੇ, ਮਨ ਲਾ ਕੇ, ਧਿਆਨ ਦੇ ਨਾਲ ਸਾਵਧਾਨ ਹੋ ਕੇ, ਇਕਾਗਰ ਹੋ ਕੇ ਸੁਣੋ। ਸਤਿਗੁਰ ਜੈਸੀ ਭਾਵਸੀ ਤੈਸੀ ਚਲਸੀ ਵਾਏ। ਕਹਿੰਦੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਿਵੇਂ ਭਾਵੇਗਾ, ਜਿਵੇਂ ਉਹਨਾਂ ਦਾ ਭਾਣਾ ਹੋਵੇਗਾ, ਉਸ ਤਰ੍ਹਾਂ ਦੀ ਵਾਹ, ਉਸ ਤਰ੍ਹਾਂ ਦੀ ਹਵਾ ਜਗਤ ਵਿੱਚ ਚੱਲੇਗੀ। ਹਾਏ ਕੋ ਖਰਚ ਲੈ ਕੋ ਲਾਹਰ। ਹਾਂ ਕਹਿੰਦੇ ਖਾਵੇਗਾ ਤੇ ਖਰਚੇਗਾ ਗੁਰੂ ਕਾ ਖਾਲਸਾ, ਤੇ ਲਿਓਗੋ ਲਾਲ। ਕਹਿੰਦੇ ਲਾਲ ਰਤਨ ਪਦਾਰਥ ਵੀ ਗੁਰੂ ਕਾ ਖਾਲਸਾ ਲਵੇਗਾ, ਬਹੁਤ ਸਾਰਾ ਧਨ, ਹੀਰੇ ਜਵਾਹਰਾਤ ਇਤਿਆਦਿਕ ਗੁਰੂ ਕਾ ਖਾਲਸਾ ਇਕੱਤਰ ਕਰ ਲਵੇਗਾ। ਸਰਕਾਰੋ ਜੁਦ ਮਾਹੇ ਕਰੈ ਗੋ ਨਿਹਾਲ। ਹਾਂ ਤੇ ਕਹਿੰਦੇ ਯੁੱਧ ਵਿੱਚ ਸਰਕੇਗਾ, ਅਗਾਂਹ ਨੂੰ ਵਧੇਗਾ, ਮੈਦਾਨੇ ਜੰਗ ਵਿੱਚ ਅੱਗੇ ਹੋ ਕੇ ਲੜੇਗਾ, ਤੇ ਇਸ ਤਰ੍ਹਾਂ ਕਹਿੰਦੇ ਆਪ ਵੀ ਨਿਹਾਲ ਹੋਵੇਗਾ ਤੇ ਦੂਜਿਆਂ ਨੂੰ ਵੀ ਦੁੱਖਾਂ ਤੋਂ ਰਹਿਤ ਕਰਕੇ ਨਿਹਾਲ ਕਰੇਗਾ। ਸੋ ਇੱਥੇ ਇਹ ਦ੍ਰਿਸ਼ਟਕੂਟ ਸ਼ੁਰੂ ਹੋ ਗਈ ਹੈ, ਇਹਦੇ ਵਿੱਚ ਡੂੰਘੇ ਅਰਥ ਦਿੱਤੇ ਆ। ਨਾਲ ਨਾਲ ਸਤਿਗੁਰੂ ਜੀ ਇਹ ਖਾਲਸੇ ਦੇ ਗੁਣ ਦੱਸ ਰਹੇ ਆ, ਤੇ ਨਾਲ ਨਾਲ ਖਾਲਸਾ ਪਦ ਦੇ ਅਰਥ ਵੀ ਕਰ ਰਹੇ ਆ। ਹੁਣ ਮੈਂ ਦੁਬਾਰਾ ਤੁਹਾਨੂੰ ਦੱਸਦਾ ਵੀ ਕਿਵੇਂ। ਖਾਏਗੋ ਖਰਚ, ਲੇਗੋ ਲਾਲ। ਖਾਏਗੋ ਖਰਚ ਦੋਵਾਂ ਤੇ ਖੱਖਾ ਅੱਖਰ ਆਉਂਦਾ, ਤੇ ਖਾਲਸੇ ਦਾ ਵੀ ਅੱਖਰ ਪਹਿਲਾਂ ਖੱਖਾ ਹੈ। ਸੋ ਖੱਖੇ ਤੋਂ ਭਾਵ ਕਿ ਖਾਏਗੋ ਖਰਚ, ਗੁਰੂ ਕਾ ਖਾਲਸਾ ਖਾਏਗਾ ਵੀ, ਖਰਚੇਗਾ ਵੀ, ਤੇ ਅਗਲਾ ਅੱਖਰ ਖਾਲਸੇ ਦਾ ਬਣਦਾ ਲੱਲਾ। ਲੇਗੋ ਲਾਲ, ਕਹਿੰਦੇ ਲਾਲ ਹੀਰੇ ਰਤਨ ਜਵਾਹਰ ਆਦਿਕ ਲੈ ਕੇ ਬਹੁਤਾ ਧਨੀ ਹੋਵੇਗਾ।
ਸਰਕੈ ਗੋ ਜੁਧ ਮਾਹੇ। ਸੱਸਾ ਤੀਜਾ ਅੱਖਰ ਖੱਖਾ ਲੱਲਾ ਸੱਸਾ ਖਾਲਸਾ। ਤੀਜਾ ਅੱਖਰ ਸੱਸਾ, ਸੱਸੇ ਤੋਂ ਭਾਵ ਕਹਿੰਦੇ ਸਰਕੈ ਗੋ ਜੁਧ ਮਾਹੇ, ਤੇ ਮੈਦਾਨੇ ਜੰਗ ਵਿੱਚ ਅੱਗੇ ਹੋ ਕੇ ਲੜੇਗਾ। ਜਿੱਥੇ ਸਭ ਪਿੱਛੇ ਹਟ ਜਾਣਗੇ ਉੱਥੇ ਗੁਰੂ ਕੇ ਖਾਲਸੇ ਨੂੰ ਫਿਰ ਲੋਕ ਬੇਨਤੀਆਂ ਕਰਿਆ ਕਰਨਗੇ ਵੀ ਭਾਈ ਹੁਣ ਗੁਰੂ ਕੇ ਖਾਲਸੇ ਤੋਂ ਬਿਨਾਂ ਪੂਰੀ ਨਹੀਂ ਪੈਂਦੀ। ਆਪਾਂ ਵੇਖਦੇ ਹੀ ਹਾਂ ਸਰਹੱਦਾਂ ਦੇ ਉੱਤੇ, ਕਦੇ ਚਾਈਨਾ ਵਾਲੇ ਪਾਸੇ ਦੇਖ ਲਓ, ਪਾਕਿਸਤਾਨ ਵਾਲੇ ਪਾਸੇ ਵੇਖ ਲਓ, ਜਦੋਂ ਸਾਰੀਆਂ ਫੌਜਾਂ ਦੀ ਬੱਸ ਹੋ ਜਾਂਦੀ ਹੈ ਨਾ, ਤੇ ਉਸ ਵੇਲੇ ਫਿਰ ਗੁਰੂ ਕੀਆਂ ਜਿਹੜੀਆਂ ਸਿੱਖ ਫੌਜਾਂ ਨਾ, ਸਿੱਖ ਰੈਜੀਮੈਂਟਾਂ ਨੂੰ ਉੱਥੇ ਭੇਜਦੇ ਆ ਵੀ ਹੁਣ ਗੁਰੂ ਕੇ ਖਾਲਸਿਆਂ ਬਿਨਾਂ ਨਹੀਂ ਸਰਦਾ, ਗੁਰੂ ਕੀਆਂ ਫੌਜਾਂ ਬਿਨਾਂ ਨਹੀਂ ਸਰਦਾ। ਫਿਰ ਜਾਂਦੇ ਆ ਨਾ, ਦੇਹ ਸ਼ਿਵਾਵਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਨਾ ਡਰੋ ਅਰਸੋਂ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਸ਼ਬਦ ਪੜ੍ਹਦੇ ਬੋਲੇ ਸੋ ਨਿਹਾਲ ਦੇ ਜਕਾਰੇ ਛੱਡਦੇ, ਫਿਰ ਅੱਗੇ ਨੂੰ ਸਰਕਦੇ ਆ, ਅਗਾਂਹ ਵੱਧ ਕੇ ਲੜਦੇ ਆ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਖਾਲਸੇ ਦਾ ਭਾਵ ਇਹ ਹੈ ਜਿਹੜਾ ਖਾਂਦਾ ਹੈ, ਖਰਚਦਾ ਹੈ ਔਰ ਬਹੁਤ ਧਨ ਪਦਾਰਥ ਵੀ ਕਮਾਉਂਦਾ ਹੈ, ਅਤੇ ਮੈਦਾਨੇ ਜੰਗ ਵਿੱਚ ਵੀ ਪਿਛਾਂਹ ਨਹੀਂ ਹਟਦਾ, ਅੱਗੇ ਨੂੰ ਸਰਕਦਾ ਹੈ, ਅਗਾਂਹ ਨੂੰ ਵੱਧਦਾ ਹੈ, ਆਪ ਵੀ ਨਿਹਾਲ ਹੁੰਦਾ, ਸਭ ਨੂੰ ਨਿਹਾਲੋ ਨਿਹਾਲ ਕਰਦਾ ਹੈ। ਇਸੇ ਤਰ੍ਹਾਂ ਖਾਲਸਾ ਪਦ ਦੇ ਹੋਰ ਅਰਥ ਸਤਿਗੁਰੂ ਜੀ ਕਰਦੇ ਹੈ। ਕਹਿੰਦੇ ਖਾਰੀ ਲੱਗ ਲక్ష్ਮੀ ਸਿਮਟੀ ਸਗਰੀ ਆਨੀ ਸਾਰ। ਖੱਖਾ ਖਾਰੀ ਪਹਿਲਾ ਅੱਖਰ ਖਾਲਸੇ ਦਾ, ਜੋ ਖਾਰਾ ਸਮੁੰਦਰ ਹੈ, ਖਾਰੇ ਸਮੁੰਦਰਾਂ ਤੱਕ, ਖਾਰੇ ਸਮੁੰਦਰਾਂ ਤੋਂ ਲੈ ਕੇ ਪੂਰੀ ਦੁਨੀਆ ਦੇ ਵਿੱਚ ਕਹਿੰਦੇ ਜਿੰਨੀ ਧਨ ਪਦਾਰਥ ਲక్ష్ਮੀ ਮਾਇਆ ਨਾ, ਕਹਿੰਦੇ ਇਹਦਾ ਮਾਲਕ ਗੁਰੂ ਕਾ ਖਾਲਸਾ ਹੈ। ਇਹ ਗੁਰੂ ਕੇ ਖਾਲਸੇ ਦੇ ਪਾਸ ਹੋਵੇਗੀ। ਖਾਰੀ ਲੱਗ ਲక్ష్ਮੀ ਸਿਮਟੀ ਸਗਰੀ ਆਨੇ ਸਾਰ। ਲੱਲਾ ਅੱਖਰ ਜਿਹੜਾ ਦੂਜਾ ਖਾਲਸੇ ਦਾ ਲక్ష్ਮੀ, ਅਤੇ ਸਿਮਟੀ ਸਾਗਰੀ ਸਾਗਰ, ਔਰ ਸਗਰੀ ਜਿਹੜੀ ਸਾਰੀ ਹੈ ਕੁੱਲ ਹੈ, ਸੱਸਾ ਸ਼ਬਦ ਜਿਹੜਾ ਖਾਲਸੇ ਦਾ ਤੀਜਾ। ਸੋ ਕਹਿੰਦੇ ਇਸ ਪ੍ਰਕਾਰ ਕਹਿੰਦੇ ਖਾਰੇ ਸਮੁੰਦਰਾਂ ਤੱਕ, ਖਾਰੇ ਸਮੁੰਦਰਾਂ ਤੋਂ ਲੈ ਕੇ ਸਾਰੀ ਧਰਤੀ ਦੇ ਉੱਤੇ ਕਹਿੰਦੇ ਜਿੰਨਾ ਧਨ ਪਦਾਰਥ ਮਾਇਆ ਹੈ ਇਹ ਖਾਲਸੇ ਦੇ ਅਧੀਨ ਹੋਵੇਗੀ। ਇਸੇ ਤਰ੍ਹਾਂ ਇਹ ਦੋ ਅਰਥ ਕਰਤੇ ਸਤਿਗੁਰੂ ਨੇ ਖਾਲਸੇ ਦੇ। ਫਿਰ ਤੀਜਾ ਅਰਥ ਕਰਦੇ ਕਹਿੰਦੇ ਖੜੇ ਲੜੇ ਸੰਗਰਾਮ ਮੈਂ। ਖੱਖਾ ਲੱਲਾ ਤੇ ਸੱਸਾ, ਖੱਖਾ ਖੜੇ, ਲੱਲਾ ਲੜੇ, ਸੱਸਾ ਸੰਗਰਾਮ ਯੁੱਧ। ਕਹਿੰਦੇ ਜਿਹੜੇ ਸਾਵਧਾਨ ਹੋ ਕੇ ਖੜ ਕੇ ਐਨ ਟਿਕ ਕੇ ਲੜਦੇ ਹਨ ਸੰਗਰਾਮ ਮੈਂ, ਮੈਦਾਨੇ ਜੰਗ ਵਿੱਚ, ਯੁੱਧ ਦੇ ਵਿੱਚ, ਸੋ ਕਹੀਏ ਖਾਲਸਾ। ਖਾਲਸਾ ਸੋਏ ਜੋ ਚੜ੍ਹੈ ਤਰੰਗ, ਖਾਲਸਾ ਸੋਏ ਜੋ ਕਰੈ ਨਿਤ ਜੰਗ। ਕਹਿੰਦੇ ਜਿਹੜੇ ਅੜ ਕੇ ਪੈਰ ਗੱਡ ਕੇ ਲੜਦੇ ਹਨ ਮੈਦਾਨੇ ਜੰਗ ਵਿੱਚ, ਯੁੱਧ ਵਿੱਚ, ਉਹਨੂੰ ਕਹਿੰਦੇ ਖਾਲਸਾ ਕਹਿੰਦੇ ਹੈ। ਅਤੇ ਖੜੇ ਲੜੇ ਸੰਗਰਾਮ ਮੈਂ ਖਲਕ ਕਰੈ ਗੋਪਾਰ। ਇਹ ਖੜਨਗੇ ਵੀ, ਲੜਨਗੇ ਵੀ, ਭਿਆਨਕ ਯੁੱਧ ਵੀ ਮਚਾਉਣਗੇ ਮੈਦਾਨੇ ਜੰਗ ਦੇ ਵਿੱਚ, ਯੁੱਧ ਵਿੱਚ ਵਿਜয়ੀ ਵੀ ਹੋਣਗੇ, ਜੇਤੂ ਵੀ ਹੋਣਗੇ, ਫਤਿਹ ਵੀ ਇਹਨਾਂ ਦੀ ਹੋਵੇਗੀ। ਅਤੇ ਫਤਿਹ ਤੋਂ ਬਾਅਦ ਕਹਿੰਦੇ ਖਲਕ ਕਰੈ ਗੋਪਾਰ। ਸਮੁੱਚੀ ਜਿਹੜੀ ਖਲਕਤ ਹੈ, ਸਮੁੱਚੀ ਲੁਕਾਈ ਹੈ, ਇਹਨੂੰ ਦੁੱਖਾਂ ਤੋਂ ਪਾਰ ਲੈ ਜਾਣਗੇ। ਫਿਰ ਸਤਿਗੁਰੂ ਜੀ ਖਾਲਸੇ ਦਾ ਇੱਕ ਹੋਰ ਅਰਥ ਕਰਦੇ ਹੈ। ਕਹਿੰਦੇ ਖਾਲਸਾ ਅੱਗੇ ਨੂੰ ਕਹਿੰਦੇ ਆ ਜਿਹੜਾ ਖਾਨ ਖਾਏ, ਜਿਹੜਾ ਖਾਨਾਂ ਨੂੰ ਪਠਾਣਾਂ ਨੂੰ ਖਾ ਜਾਵੇ, ਨਾਸ਼ ਕਰ ਦੇਵੇ। ਸੋ ਲਸ਼ਕਰ ਪਰੈ, ਲੱਲੇ ਅੱਖਰ ਤੋਂ ਲਸ਼ਕਰ। ਕਹਿੰਦੇ ਜਿਹੜਾ ਲਸ਼ਕਰ ਦੇ ਉੱਤੇ ਬਹੁਤ ਸਾਰੀਆਂ ਫੌਜਾਂ ਦੇ ਉੱਤੇ ਕਹਿੰਦੇ ਪਰੇ ਪੈ ਜਾਂਦਾ, ਟੁੱਟ ਕੇ ਧਾਵਾ ਕਰਕੇ ਪੈ ਜਾਂਦਾ। ਔਰ ਕਰੈ ਸਾਰ ਕਾ ਮੇਲ, ਉਹਨਾਂ ਖਾਨਾਂ ਨੂੰ, ਪਠਾਣਾਂ ਨੂੰ, ਉਹਨਾਂ ਦੀਆਂ ਫੌਜਾਂ ਦੇ ਦਲਾਂ ਨੂੰ ਕਹਿੰਦੇ ਜਿਹੜਾ ਮੈਦਾਨੇ ਜੰਗ ਦੇ ਵਿੱਚ ਵੱਢ ਟੁੱਕ ਕੇ ਸੁੱਟਦਾ। ਔਰ ਸਾਰ ਕਾ ਮੇਲ, ਲੋਹੇ ਦਾ ਕਹਿੰਦੇ ਮੇਲ ਕਰਦਾ, ਜਿਹੜਾ ਲੋਹੇ ਦੀਆਂ ਕਿਰਪਾਨਾਂ, ਖੰਡੇ, ਭਾਲੇ, ਵਰਸ਼ੇ ਉਹਨਾਂ ਦੇ ਉੱਤੇ ਚਲਾਉਂਦਾ ਹੈ। ਐਵੇਂ ਨਹੀਂ ਮੇਲ ਕਰਦਾ, ਉਹਨਾਂ ਨਾਲ ਜਫੀਆਂ ਨਹੀਂ ਪਾਉਂਦਾ ਜਾ ਕੇ। ਅਤੇ ਕਹਿੰਦੇ ਸਾਰ ਕਾ ਮੇਲ, ਸ਼ਸਤਰਾਂ ਦੇ ਨਾਲ ਜਿਹੜਾ ਮੇਲ ਕਰਦਾ ਉਹਨੂੰ ਕਹਿੰਦੇ ਖਾਲਸਾ ਕਿਹਾ ਜਾਂਦਾ। ਸੋ ਜਿਹੜਾ ਮੇਰਾ ਖਾਲਸਾ ਹੈ, ਸਤਿਗੁਰ ਸੱਚੇ ਪਾਤਸ਼ਾਹ ਨਾਲ ਨਾਲ ਭਵਿੱਖਤ ਬਚਨ ਵੀ ਕਰ ਰਹੇ ਹੈ, ਅਤੇ ਖਾਲਸਾ ਪਦ ਦੇ ਇਹ ਅਨੂਠੇ ਅਰਥ ਵੀ ਕਰ ਰਹੇ ਹੈ। ਕਹਿੰਦੇ ਖਾਨ ਖਾਏ, ਜਿਹੜਾ ਖਾਨਾਂ ਨੂੰ ਖਾ ਜਾਵੇ, ਮੁਗਲਾਂ ਪਠਾਣਾਂ ਨੂੰ ਨਾਸ਼ ਕਰੇ, ਵੈਰੀਆਂ ਨੂੰ, ਔਰ ਵੈਰੀਆਂ ਦੇ ਦਲਾਂ ਦੇ ਉੱਤੇ ਟੁੱਟ ਕੇ ਲਸ਼ਕਰ ਦੇ ਉੱਤੇ ਪਵੇ। ਔਰ ਸੱਸੇ ਤੋਂ ਸਾਰ ਕਾ ਮੇਲ, ਕਹਿੰਦੇ ਜਿਹੜੇ ਸਾਰ ਦਾ ਮੇਲ ਰੱਖੇ, ਹਮੇਸ਼ਾ ਹੀ ਸ਼ਸਤਰਾਂ ਦਾ, ਹਥਿਆਰਾਂ ਦਾ ਮੇਲ ਰੱਖੇ, ਹਥਿਆਰਾਂ ਦੀ ਸਾਂਭ ਸੰਭਾਲ ਕਰੇ। ਹਾਂ, ਕਹਿੰਦੇ ਜਦੋਂ ਐਸਾ ਖਾਲਸਾ ਬਣ ਜਾਵੇਗਾ ਨਾ, ਦੁਸ਼ਮਣਾਂ ਨੂੰ ਖੈ ਕਰਨ ਵਾਲਾ, ਔਰ ਲਸ਼ਕਰਾਂ ਦੇ ਉੱਤੇ ਟੁੱਟ ਕੇ ਪੈਣ ਵਾਲਾ, ਔਰ ਹਥਿਆਰਾਂ ਦੇ ਨਾਲ ਪ੍ਰੇਮ ਕਰਨ ਵਾਲਾ, ਹਥਿਆਰਾਂ ਦੇ ਨਾਲ ਵੈਰੀ ਦੇ ਨਾਲ ਮੇਲ ਕਰਨ ਵਾਲਾ,
ਤੇ ਕਹਿੰਦੇ ਜਦੋਂ ਇੱਦਾਂ ਜਿੱਤ ਪ੍ਰਾਪਤ ਕਰੇਗਾ ਤਬੈ ਖਾਲਸਾ ਜਾਗੇਗੋ। ਕਹਿੰਦੇ ਉਸ ਵੇਲੇ ਖਾਲਸਾ ਜਾਗੇਗਾ, ਸਾਰੇ ਸੰਸਾਰ ਵਿੱਚ ਪ੍ਰਕਾਸ਼ਿਤ ਹੋਵੇਗਾ, ਪ੍ਰਗਟ ਹੋਵੇਗਾ। ਔਰ ਜਾਨੋ ਭਾਰਤ ਪੇਲ, ਕਹਿੰਦੇ ਮੈਦਾਨੇ ਜੰਗ ਵਿੱਚ ਉਹਨਾਂ ਨੂੰ ਐਸਾ ਦਬਾਏਗਾ, ਐਸਾ ਪੇਲੇਗਾ ਦੁਸ਼ਮਣਾਂ ਨੂੰ, ਮਾਨੋ ਕਿ ਜਿਵੇਂ ਮਹਾਭਾਰਤ ਦਾ ਜੰਗ ਹੋ ਰਿਹਾ ਹੁੰਦਾ, ਐਸਾ ਭਿਆਨਕ ਯੁੱਧ ਮਚਾਵੇਗਾ। ਹਾਂ, ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕ ਹੋਰ ਅਰਥ ਕਰਦੇ ਆ ਖਾਲਸੇ ਦਾ। ਖੱਖਾ ਖੰ ਜੋਗੀ, ਔਰ ਲੱਲੇ ਤੋਂ ਕਹਿੰਦੇ ਲੰਗ ਭੋਗ ਭੋਗ ਮੈਂ, ਤੇ ਸਾਰ ਗ੍ਰਹਿਣੇ ਮਾਂਝ। ਸਾਰ ਸੱਸਾ, ਖੱਖਾ ਲੱਲਾ ਤੇ ਸੱਸਾ, 3 ਅੱਖਰ ਲੈ ਕੇ ਖਾਲਸਾ। ਕਹਿੰਦੇ ਖੰ ਜੋਗੀ, ਖੰ ਨਾਮ ਹੈ ਜੋ ਨਭ ਦਾ, ਨਭ ਤੋਂ ਭਾਵ ਲਵਾਂਗੇ ਆਕਾਸ਼, ਚਿਦਾ ਆਕਾਸ਼, ਭਾਵ ਉਹ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਪਰਮੇਸ਼ਰ ਜਿਹੜਾ ਸਾਡਾ ਚਿੱਤ ਸਰੂਪ ਹੈ। ਸੋ ਕਹਿੰਦੇ ਉਹਦੇ ਵਿੱਚ ਜੋਗੀ, ਉਹਦੇ ਵਿੱਚ ਜੁੜਿਆ ਰਹੇਗਾ। ਗੁਰੂ ਕਾ ਖਾਲਸਾ ਪਰਮਾਤਮਾ ਦੇ ਵਿੱਚ ਲੀਨ ਰਹੇਗਾ, ਉਹਦੇ ਵਿੱਚ ਜੋਗੀ ਹੋਵੇਗਾ। ਤੇ ਲੰਗ ਭੋਗ ਮਹਿ, ਲੰਗ ਨਾਮ ਹੈ ਲੰਪਟ ਹੋਣ ਦਾ, ਖਚਿਤ ਹੋਣ ਦਾ। ਕਹਿੰਦੇ ਸੰਸਾਰ ਦੇ ਭੋਗਾਂ ਨੂੰ ਵੀ ਭੋਗੇਗਾ, ਸੰਸਾਰ ਦੇ ਵਿੱਚ ਆਨੰਦ ਵੀ ਮਾਣੇਗਾ, ਲੰਪਟ ਵੀ ਰਹੇਗਾ। ਸੋ ਲੱਲੇ ਅੱਖਰ ਤੋਂ ਲੰਗ ਭੋਗੀ। ਤੇ ਇਸੇ ਪ੍ਰਕਾਰ ਸਾਰ ਸੰਗ੍ਰਹਿਣੇ ਮਾਂਝ, ਕਹਿੰਦੇ ਸਾਰ ਸੰਗ੍ਰਹਿਣੇ ਮਾਂਝ, ਸਾਰ ਕਹੀਏ ਜੋ ਹਥਿਆਰ ਹਨ, ਸ਼ਸਤਰ ਹਨ, ਉਹਨਾਂ ਦਾ ਸੰਗ੍ਰਹਿਣ ਕਰਨ ਦੇ ਵਿੱਚ, ਸੋ ਉਹਨਾਂ ਨੂੰ ਚਲਾਉਣ ਦੇ ਵਿੱਚ ਕਹਿੰਦੇ ਗੁਰੂ ਕਾ ਖਾਲਸਾ ਇਹ ਹਮੇਸ਼ਾ ਹੀ ਕਹਿੰਦੇ ਰਚਿਤ ਹੋਇਆ ਰਹੇਗਾ, ਲਪਟਿਆ ਰਹੇਗਾ। ਸੋ ਖਾਲਸੇ ਵਿੱਚ ਇਹ ਤਿੰਨੇ ਗੁਣ ਹੋਣਗੇ, ਉਹ ਜੋਗੀ ਵੀ ਹੋਏਗਾ, ਭੋਗੀ ਵੀ ਹੋਵੇਗਾ, ਤੇ ਮੈਦਾਨੇ ਜੰਗ ਦਾ ਸੂਰਮਾ ਵੀ ਹੋਵੇਗਾ। ਜਿਸ ਤਰ੍ਹਾਂ ਸਤਿਗੁਰੂ ਦੇ ਗੁਣ ਹੈ, ਪਾਰ ਬ੍ਰਹਮ ਪਰਮੇਸ਼ਰ ਦੇ ਗੁਣ ਹੈ, ਸਤਿਗੁਰੂ ਨੇ ਆਪਣਾ ਰੂਪ ਬਖਸ਼ਿਆ, ਉਹੀ ਗੁਣ ਸਤਿਗੁਰੂ ਨੇ ਖਾਲਸੇ ਨੂੰ ਦੇ ਦਿੱਤੇ ਹੈ। ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ। ਜਿਵੇਂ ਉਹ ਪਾਰ ਬ੍ਰਹਮ ਪਰਮੇਸ਼ਰ ਜੋਗ ਮੈਂ ਜੋਗ, ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ ਹੈ ਨਾ ਸਾਡਾ ਸਤਿਗੁਰੂ ਸੱਚੇ ਪਾਤਸ਼ਾਹ, ਉਸੇ ਪ੍ਰਕਾਰ ਦਾ ਰੂਪ ਖਾਲਸੇ ਨੂੰ ਬਖਸ਼ਿਆ। ਕਹਿੰਦੇ ਗੁਰੂ ਕਾ ਖਾਲਸਾ ਇਹ ਜਿਹੜਾ ਕਹਿੰਦੇ ਪਰਮਾਤਮਾ ਵਿੱਚ ਵੀ ਜੁੜਿਆ ਰਹੇਗਾ, ਪਦਾਰਥਾਂ ਦੇ ਭੋਗ ਵੀ ਭੋਗੇਗਾ, ਤੇ ਇਸੇ ਪਰਮ ਪ੍ਰਕਾਰ ਮੈਦਾਨੇ ਜੰਗ ਦਾ ਸੂਰਮਾ, ਹਥਿਆਰਾਂ ਨੂੰ ਪ੍ਰੇਮ ਕਰਨ ਵਾਲਾ ਵੀ ਹੋਵੇਗਾ। ਤੇ ਕਹਿੰਦੇ ਸੁਨ ਜਿਹੜਾ ਅਫੁਰ ਪਰਮਾਤਮਾ ਹੈ ਉਹਦੇ ਵਿੱਚ ਧਿਆਨ ਲਾ ਕੇ ਰੱਖੇਗਾ, ਔਰ ਗੁਣ ਗਿਆਨ ਦੈਵੀ ਗੁਣਾਂ ਦੀ ਇਕੱਤਰਤਾ ਕਰੇਗਾ, ਬ੍ਰਹਮ ਗਿਆਨ ਦੀ ਪ੍ਰਾਪਤੀ ਕਰੇਗਾ। ਕਰੇ ਖਾਲਸਾ ਸਾਂਝ, ਇਹਨਾਂ ਸਾਰੇ ਗੁਣਾਂ ਦੀ, ਸ਼ੁਭ ਗੁਣਾਂ ਦੀ ਸਾਂਝੀ ਵਾਲਤਾ ਵਾਲਾ ਖਾਲਸਾ ਹੋਵੇਗਾ। ਹਾਂ, ਇਸੇ ਪ੍ਰਕਾਰ ਕਹਿੰਦੇ ਖਾਦਰ ਲਾਦਰ ਸਾਗਰੇ। ਕਹਿੰਦੇ ਖਾਦਰ ਜਿਹੜਾ ਤਰਾਈ ਦਾ ਇਲਾਕਾ ਹੈ, ਜਦੋਂ ਬਰਸਾਤਾਂ ਹੁੰਦੀਆਂ, ਮੀਂਹ ਬਹੁਤ ਪੈਂਦਾ ਹੈ, ਅਤੇ ਜਿਹੜੀਆਂ ਨਦੀਆਂ ਦਰਿਆ ਵਗਦੇ ਆ ਉਹਨਾਂ ਵਿੱਚ ਪਾਣੀ ਬਹੁਤ ਉੱਪਰ ਤੱਕ ਭਰ ਕੇ, ਅਤੇ ਆਸੇ ਪਾਸੇ ਬਹੁਤ ਸਾਰਾ ਚਿੱਕੜ ਹੋ ਜਾਂਦਾ ਹੈ। ਮੈਦਾਨੀ ਇਲਾਕਿਆਂ ਵਿੱਚ, ਖੇਤਾਂ ਦੇ ਵਿੱਚ ਵੀ ਸਾਰੇ ਖੇਤ ਤਰ ਹੋ ਜਾਂਦੇ ਆ। ਇਸ ਕਰਕੇ ਉਸ ਇਲਾਕੇ ਨੂੰ ਤਰਾਈ ਦਾ ਇਲਾਕਾ ਕਹਿੰਦੇ ਆ। ਕਹਿੰਦੇ ਜਿੰਨਾ ਤਰਾਈ ਦਾ ਇਲਾਕਾ ਹੋਵੇਗਾ, ਅਤੇ ਇਸੇ ਤਰ੍ਹਾਂ ਲਾਦਰ ਸਾਗਰੇ, ਅਤੇ ਕਹਿੰਦੇ ਉਸ ਇਲਾਕੇ ਤੋਂ ਲੈ ਕੇ, ਤਰਾਈ ਦੇ ਇਲਾਕੇ ਤੋਂ ਲੈ ਕੇ ਦਰ ਸਾਗਰੇ, ਜਿੱਥੋਂ ਤੱਕ ਸਾਗਰ ਦਾ, ਸਮੁੰਦਰ ਦਾ ਦਰ ਕਹੀਏ, ਦਰਵਾਜ਼ਾ ਹੈ। ਸੋ ਪੰਜਾਬ ਤੋਂ ਜਦੋਂ ਸਿੰਧ ਵਾਲੇ ਪਾਸੇ ਨੂੰ ਜਾਈਏ, ਪੰਜਾਬ ਤੋਂ ਹੋ ਕੇ, ਅਤੇ ਜਿਹੜਾ ਪੰਜਾਬ ਦੇ 5 ਦਰਿਆਵਾਂ ਦਾ ਜਿਹੜਾ ਪਾਣੀ ਹੈ ਨਾ, ਜਿਸ ਸਾਗਰ ਤੱਕ ਜਾਂਦਾ, ਸਿੰਧ ਤੱਕ, ਸਾਗਰ ਤੱਕ। ਸੋ ਇਸ ਕਰਕੇ ਕਹਿੰਦੇ ਇਸ ਇਲਾਕੇ ਨੂੰ ਸਾਗਰ ਦਾ, ਸਮੁੰਦਰ ਦਾ ਦਰਵਾਜ਼ਾ ਕਿਹਾ ਜਾਂਦਾ ਹੈ। ਕਹਿੰਦੇ ਜਿਹੜਾ ਇਹ ਇਲਾਕਾ ਹੈ, ਅਤੇ ਇਸੇ ਤਰ੍ਹਾਂ ਸਾਗਰੇ, ਜਿਹੜਾ ਸਾਗਰ ਨਾਮ ਹੈ ਸਿੰਧ ਦਾ, ਅਤੇ ਸਿੰਧ ਦਾ ਇਲਾਕਾ ਹੈ। ਸੋ ਇਹਨਾਂ ਇਲਾਕਿਆਂ ਦੇ ਵਿੱਚ ਬੀਚ ਕਰੇਗਾ ਰਾਜ, ਗੁਰੂ ਕਾ ਖਾਲਸਾ ਇਹਨਾਂ ਸਾਰੇ ਇਲਾਕਿਆਂ ਵਿੱਚ ਰਾਜ ਕਰੇਗਾ। ਇਸੇ ਤਰ੍ਹਾਂ ਖਾਦਰ ਜਿਹੜਾ ਪੰਜਾਬ ਦਾ ਸਤਲੁਜ ਦਾ ਇਲਾਕਾ ਹੈ, ਸਤਲੁਜ ਤੋਂ ਲੈ ਕੇ ਪੇਸ਼ਾਵਰ ਤੱਕ। ਸੋ ਇਸੇ ਪ੍ਰਕਾਰ ਹੀ ਸਤਲੁਜ, ਬਿਆਸ, ਜੇਹਲਮ, ਚਨਾਬ, ਇਹਨਾਂ 5 ਦਰਿਆਵਾਂ ਦੇ ਵਿਚਕਾਰ ਦੀ ਭੂਮੀ ਤੋਂ, ਇਹਨਾਂ ਤੋਂ ਬਾਹਰ ਦੀ ਭੂਮੀ, ਜਮਨਾ, ਸਰਸਵਤੀ ਤੱਕ ਦੀ ਜਿਹੜੀ ਭੂਮੀ ਹੈ, ਸੋ ਉੱਥੇ ਤੱਕ ਗੁਰੂ ਕਾ ਖਾਲਸਾ ਰਾਜ ਕਰੇਗਾ। ਜੀਂਦ ਇਲਾਕੇ ਤੱਕ, ਪੇਸ਼ਾਵਰ ਇਲਾਕੇ ਤੱਕ, ਸੋ ਦਿੱਲੀ ਇਤਿਆਦਿਕ, ਇਹਨਾਂ ਸਾਰੇ ਪਾਸਿਆਂ 'ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਖਾਲਸੇ ਦਾ ਰਾਜ ਹੋਵੇਗਾ। ਅਤੇ ਨਾਲ ਹੀ ਖਾਲਸੇ ਦੇ ਅਰਥ ਵੀ ਕਰ ਰਹੇ ਆ। ਖਾਦਰ ਦਾ ਖੱਖੇ ਕੰਨਾ ਲੈ ਲਓ,
ਲਾਦਰ ਦਾ ਲੱਲਾ ਲੈ ਲਓ ਤੇ ਸੱਸੇ ਕੰਨਾ ਸਾਗਰੇ ਜਿਹੜਾ ਇਹਦਾ ਖਾਲਸਾ ਖਾਲਸਾ ਪਦ ਦੇ ਸਤਿਗੁਰੂ ਜੀ ਅਨੂਪਮ ਅਨੂਠੇ ਅਰਥ ਵੀ ਕਰ ਰਹੇ ਆ ਤੇ ਨਾਲ ਬਖਸ਼ਿਸ਼ਾਂ ਵੀ ਕਰ ਰਹੇ ਆ ਕਿ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਤਰਾਈ ਦੇ ਇਲਾਕੇ ਵਿੱਚ ਜੀਂਦ ਤੋਂ ਪਿਸ਼ਾਵਰ ਤੱਕ ਸੋ ਇਹਨਾਂ ਸਾਰੇ ਇਲਾਕਿਆਂ ਵਿੱਚ ਸਿੰਧ ਦੇਸ਼ ਤੱਕ ਗੁਰੂ ਕੇ ਖਾਲਸੇ ਦਾ ਰਾਜ ਹੋਵੇਗਾ। ਦਿੱਲੀ ਟਿਕਾਣਾ ਰਾਜ ਸਿਖਾ ਗੁਰੂ ਨਾਨਕ ਬਖਸ਼ੀ ਸਾਂਝ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਦਿੱਲੀ ਤੱਕ ਗੁਰੂ ਕੇ ਖਾਲਸੇ ਦਾ ਰਾਜ ਹੋ ਜਾਵੇਗਾ। ਰਾਜ ਤਾਂ ਹੋਵੇਗਾ ਪਰ ਦਿੱਲੀ ਟਿਕਿਆ ਨਾ ਰਾਜ ਸਿੱਖ। ਦਿੱਲੀ ਉੱਤੇ ਸਿੱਖਾਂ ਦਾ ਰਾਜ ਬਹੁਤੀ ਦੇਰ ਟਿਕਿਆ ਨਹੀਂ ਰਹੇਗਾ। ਇੱਥੇ ਇਸ਼ਾਰਾ ਵੀ ਕੀਤਾ ਉਸ ਪਾਸੇ ਵੱਲ ਜਦੋਂ ਬਾਬਾ ਬਘੇਲ ਸਿੰਘ ਕਰੋੜ ਸਿੰਘੀ ਨੇ ਜਾ ਕੇ ਦਿੱਲੀ ਮਾਰੀ ਹੈ ਤੇ ਫਿਰ ਥੋੜ੍ਹੇ ਸਮੇਂ ਬਾਅਦ ਸ਼ਾਹ ਆਲਮ ਸੀ ਜਿਹੜਾ ਉਹਦੇ ਤੋਂ 3 ਲੱਖ ਰੁਪਈਆ ਲੈ ਕੇ ਉੱਥੋਂ ਦੇ ਗੁਰੂ ਘਰਾਂ ਦੇ ਉੱਤੇ ਖਰਚ ਕੀਤਾ। ਸੁੰਦਰ ਇਮਾਰਤਾਂ ਬਣਾਈਆਂ ਦਿੱਲੀ ਦੇ ਸਾਰੇ ਗੁਰੂ ਘਰਾਂ ਦੀਆਂ ਔਰ ਉਹਨਾਂ ਦੇ ਨਾਂ 'ਤੇ ਜਗੀਰਾਂ ਵੀ ਲਵਾਈਆਂ ਤੇ ਆਪ ਗੁਰੂ ਕਾ ਖਾਲਸਾ ਰਾਜ ਭਾਗ ਛੱਡ ਕੇ ਮੁੜ ਪੰਜਾਬ ਆ ਗਿਆ ਸੀ। ਸੋ ਸਤਿਗੁਰੂ ਕਹਿੰਦੇ ਗੁਰੂ ਕਾ ਖਾਲਸਾ ਨਾ ਜਿਹੜਾ ਇਹ ਰਾਜ ਭਾਗ ਦੇ ਉੱਤੇ ਦਿੱਲੀ ਦੇ ਵਿੱਚ ਬਹੁਤੀ ਦੇਰ ਤੱਕ ਟਿਕ ਕੇ ਨਹੀਂ ਰਹੇਗਾ। ਗੁਰੂ ਨਾਨਕ ਬਖਸ਼ੀ ਸਾਂਝ ਕਿਉਂਕਿ ਗੁਰੂ ਸਾਹਿਬ ਨੇ ਸਾਂਝ ਬਖਸ਼ੀ ਆ ਬਾਬਰਕਿਆਂ ਦੇ ਨਾਲ ਗੁਰੂ ਕੇ ਖਾਲਸੇ ਦੀ। ਬਚਨ ਆਉਂਦੇ ਆ ਨਾ ਬਾਬੇ ਕੇ ਬਾਬਰ ਕੇ ਦੋਊ ਆਪ ਕਰੈ ਪਰਮੇਸ਼ਰ ਸੋਊ ਜੋ ਬਾਬੇ ਕੇ ਦਾਮ ਨਾ ਦੈ ਹੈ ਤਿਨ ਤੇ ਗਹਿ ਬਾਬਰ ਕੇ ਲੈ ਹੈ। ਖਾਲਸੇ ਦੀ ਤੇ ਬਾਬਰਕਿਆਂ ਦੀ ਸਾਂਝ ਹੈ। ਬਾਬੇ ਕਿਆਂ ਦੀ ਤੇ ਬਾਬੇ ਕੇ ਕਹੀਏ ਸਿੱਖ ਖਾਲਸੇ ਜਿਹੜੇ ਬਾਬੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਮੰਨਦੇ ਹੈ ਤੇ ਬਾਬਰ ਕੇ ਜਿਹੜੇ ਬਾਬਰ ਕੀ ਫੌਜ ਹੈ ਦੁਸ਼ਟ ਜਿਹੜੇ ਚੜ੍ਹ ਕੇ ਆਉਂਦੇ ਸਨ। ਪਰ ਸਤਿਗੁਰੂ ਨੇ ਸਾਂਝ ਐਸੀ ਬਖਸ਼ੀ ਹੈ ਕਹਿੰਦੇ ਜਿਹੜਾ ਬਾਬੇ ਕੇ ਨਹੀਂ ਦੇਊਗਾ ਨਾ ਦਸਵੰਧ ਭੇਟਾ ਨਹੀਂ ਦੇਊਗਾ ਉਹਨਾਂ ਤੋਂ ਫਿਰ ਕਿਹਾ ਵੀ ਸਾਂਝ ਪਾ ਲਈ ਵੀ ਜਿਹੜਾ ਬਾਬੇ ਕਿਆਂ ਨੂੰ ਨਹੀਂ ਦਿੰਦਾ ਬਾਬਰ ਕੇ ਉਹਦੇ ਤੋਂ ਤੁਸੀਂ ਲੈ ਲਓ। ਹੁਣ ਜਿਹੜੇ ਗੁਰੂ ਕਾ ਦਸਵੰਧ ਨਹੀਂ ਦਿੰਦੇ ਬਾਬੇ ਕਿਆਂ ਨੂੰ ਨਹੀਂ ਦਿੰਦੇ ਉਹਨਾਂ ਤੋਂ ਬਾਬਰ ਕੇ ਲੈ ਜਾਂਦੇ ਆ ਨਾ। ਆਪਾਂ ਦਸਵੰਧ ਭੇਟਾ ਗੁਰੂ ਘਰ ਕਿਸੇ ਗਰੀਬ ਲੋੜਵੰਦ ਵਾਸਤੇ ਕੱਢਦੇ ਹਾਂ ਗੁਰੂ ਕੇ ਖਾਲਸੇ ਨੂੰ ਦਿੰਦੇ ਹਾਂ ਤੇ ਜਿਹੜੇ ਨਹੀਂ ਦਿੰਦੇ ਭਾਈ ਫਿਰ ਉਹਨਾਂ ਤੋਂ ਬਾਬਰ ਕੇ ਲੈ ਜਾਂਦੇ। ਉਹ ਦਸਵੰਧ ਤੋਂ ਵੀ ਦੁੱਗਣੇ ਚੌਗਣੇ ਬਹੁਤ ਗੁਣਾ ਹੀ ਲੈ ਜਾਂਦੇ ਆ। ਉਹ ਤਾਂ ਫਿਰ ਉਹ ਪੁਲਿਸ ਵਾਲੇ ਲੈ ਜਾਂਦੇ ਆ ਬਾਬਰ ਕੇ, ਵਕੀਲ ਲੈ ਜਾਂਦੇ ਆ ਬਾਬਰ ਕੇ, ਡਾਕਟਰ ਲੈ ਜਾਂਦੇ ਆ ਬਾਬਰ ਕੇ ਕਿਉਂਕਿ ਬਾਬੇ ਕਿਆਂ ਨੂੰ ਨਹੀਂ ਦਿੱਤਾ ਤੇ ਸਾਂਝ ਪਾਈ ਆ ਸਤਿਗੁਰ ਨੇ ਕਹਿੰਦੇ ਫਿਰ ਇੱਧਰ ਨਹੀਂ ਤਾਂ ਇੱਧਰ ਸਹੀ ਫਿਰ ਬਾਬਰ ਕਿਆਂ ਨੂੰ ਦੇਣਾ ਪੈਂਦਾ। ਤੇ ਫਿਰ ਉਹਨਾਂ ਨੇ ਜਿਹੜੇ ਮੰਗਣ ਦੇ ਤਰੀਕੇ ਵੀ ਆਪਣੇ ਵਰਤਾਏ ਜਿਵੇਂ ਖਾਲਸੇ ਦੇ ਬੋਲੇ ਆ ਨਾ ਖਾਲਸਾ ਬੋਲਦਾ ਕੁਝ ਹੋਰ ਹੈ ਕੋਡ ਵਰਡ ਕੁਝ ਹੋਰ ਹੁੰਦਾ ਤੇ ਇਸੇ ਤਰ੍ਹਾਂ ਉਹਨਾਂ ਨੇ ਵੀ ਆਪਣੇ ਆਪਣੇ ਕੋਡ ਵਰਡ ਬਣਾਏ ਹੁੰਦੇ ਆ। ਫਿਰ ਉਹ ਕਹਿੰਦੇ ਆ ਜੀ ਕੰਮ ਤੁਹਾਡਾ ਹੋ ਜਾਊਗਾ ਬੰਦਾ ਤੁਹਾਡਾ ਛੱਡ ਦਿਆਂਗੇ। ਬਾਬਰ ਕੇ ਕਹਿੰਦੇ ਫਿਰ ਸਾਨੂੰ ਪਊਆ ਦੇ ਦਿਓ ਅਧੀਆ ਦੇ ਦਿਓ ਬੋਤਲ ਦੇ ਦਿਓ। ਕੋਡ ਵਰਡ ਹੁੰਦੇ ਉਹਨਾਂ ਦੇ ਵੀ ਨਾ ਪ੍ਰਸ਼ਾਸਨ ਦੇ ਵੀ। ਪਊਆ ਮਤਲਬ 25,000 ਦੇ ਦਿਓ, ਅਧੀਆ 50,000 ਦੇ ਦਿਓ, ਅੱਧਾ ਲੱਖ। ਤੇ ਜੇ ਕਹਿਣ ਬੋਤਲ ਦੇ ਦਿਓ ਤੇ ਫਿਰ ਉਹਨਾਂ ਨੇ ਬਣਾਏ ਹੁੰਦੇ ਆ ਵੀ ਹੁਣ 1 ਲੱਖ ਦੇ ਦਿਓ। ਤੇ ਜੇ ਕੰਮ ਕੋਈ ਬਹੁਤਾ ਹੀ ਵੱਡਾ ਹੋਵੇ ਕੋਈ ਕਤਲ ਕੁਤਲ ਦਾ ਮਾਮਲਾ ਹੋ ਜੇ ਇੱਦਾਂ ਦੇ ਕੇਸ ਵਿੱਚ ਫਸ ਜੇ ਫਿਰ ਕਹਿੰਦੇ ਜੀ 5-7 ਬੋਤਲਾਂ ਦੇ ਦਿਓ 5-7 ਲੱਖ ਦੇ ਦਿਓ ਕੇਸ ਰਫਾ ਦਫਾ ਕਰ ਦਿਆਂਗੇ। ਬਾਬੇ ਕਿਆਂ ਨੂੰ ਨਹੀਂ ਦਿੱਤਾ ਤੇ ਫਿਰ ਬਾਬਰ ਕਿਆਂ ਨੂੰ ਕਈ ਗੁਣਾ ਦੇਣਾ ਪੈ ਜਾਂਦਾ। ਇਉਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜੋ ਬਾਬੇ ਕੇ ਦਾਮ ਨਾ ਦੇ ਹੈ ਤਿਨ ਤੇ ਗਹਿ ਬਾਬਰ ਕੇ ਲੈ ਹੈ। ਇਸ ਕਰਕੇ ਗੁਰੂ ਕੇ ਖਾਲਸੇ ਨੂੰ ਸਤਿਗੁਰ ਨੇ ਹੁਕਮ ਕੀਤਾ ਹੈ ਕਿ ਗੁਰੂ ਕਾ ਖਾਲਸਾ ਆਪਣੀ ਕਿਰਤ ਕਮਾਈ ਦੇ ਵਿੱਚੋਂ ਜੋ ਉਹਨੂੰ ਨਫਾ ਹੋਇਆ ਉਹਦੇ ਵਿੱਚੋਂ ਦਸਵੰਧ ਭੇਟਾ ਗੁਰੂ ਕਿਆਂ ਨੂੰ ਜ਼ਰੂਰ ਦੇਵੇ। ਜਿਹੜਾ ਨਹੀਂ ਦਿੰਦਾ ਭਾਈ ਫਿਰ ਸਾਂਝ ਪਾਈ ਆ ਸਤਿਗੁਰ ਨੇ ਉਹ ਬਾਬਰ ਕਿਆਂ ਨੂੰ ਦੇਣਾ ਪੈਂਦਾ। ਬਾਬਰ ਕੇ ਲੈ ਜਾਂਦੇ ਆ ਧੱਕੇ ਨਾਲ ਲੈ ਜਾਂਦੇ ਆ ਸਾਡੇ ਨਾਂ ਚਾਹੁੰਦੇ ਹੋਏ ਵੀ। ਉੱਥੇ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਇੰਨੇ ਲੈ ਲਓ ਇੰਨੇ ਘੱਟ ਕਰ ਲਓ ਉਹਨਾਂ ਨੂੰ ਦੇਣੇ ਹੀ ਪੈਂਦੇ ਆ। ਡਾਕਟਰ ਜਦੋਂ ਕਹਿੰਦਾ ਜੀ ਮਰੀਜ਼ ਪਿਆ ਆਪਰੇਸ਼ਨ ਸ਼ੁਰੂ ਕਰਨਾ ਇੰਨੇ ਜਮ੍ਹਾਂ ਕਰਾ ਦਿਓ ਤੇ ਬਾਬਰ ਕਿਆਂ ਨੂੰ ਭੱਜ ਦੌੜ ਕਰਕੇ ਵੀ ਆਪਾਂ ਦਿੰਦੇ ਆ। ਇਸ ਕਰਕੇ ਬਾਬੇ ਕਿਆਂ ਨੂੰ ਦੇਈਏ ਬਾਬਰ ਕਿਆਂ ਨੂੰ ਨਾ ਦੇਣੇ ਪੈਣ। ਸੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਖਾਲਸੇ ਦਾ ਰਾਜ ਦਿੱਲੀ ਵਿੱਚ ਬਹੁਤੀ ਦੇਰ ਤੱਕ ਨਹੀਂ ਟਿਕੇਗਾ। ਗੁਰੂ ਨਾਨਕ ਬਖਸ਼ੀ ਸਾਂਝ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਰ ਕਿਆਂ ਦੇ ਨਾਲ ਇਹ ਸਾਂਝ ਭਿਆਲੀ ਪਾਈ ਹੈ। ਇਸ ਪ੍ਰਕਾਰ ਕਹਿੰਦੇ ਮਾਲਵਾ ਔਰ ਕੁਰਕਸ਼ੇਤਰ ਦਾ ਇਲਾਕਾ ਜਾਂਗਲ ਜਿਹੜਾ ਜੰਗਲ ਦੇਸ਼ ਹੈ ਤੇ ਹੋਰ ਬਹੁਤ ਸਾਰੇ ਵੱਡੇ ਵੱਡੇ ਕਿਲੇ ਮਾਝੇ ਦਾ ਇਲਾਕਾ ਦੋਵੇਂ ਦਰਿਆਵਾਂ ਦੇ ਵਿਚਕਾਰ ਦੀ ਧਰਤੀ ਤੇ ਪਰਬਤ ਪਹਾੜੀ ਇਲਾਕਾ ਤੇ ਅਟਕ ਦਰਿਆ ਤੱਕ ਸਾਰਾ ਇਲਾਕਾ ਅਟਕ ਦਾ ਇਲਾਕਾ। ਹਾਂ ਕਸ਼ਮੀਰ ਦਾ ਇਲਾਕਾ ਤੇ ਹਾਂਸੀਪੁਰ ਹਾਂਸੀ ਦਾ ਇਲਾਕਾ ਹਿਸਾਰ ਦਾ ਇਲਾਕਾ। ਇਸੇ ਪ੍ਰਕਾਰ
ਜੋ ਇਧਰ ਦਿੱਲੀ ਤੱਕ ਦਾ ਸਾਰਾ ਇਲਾਕਾ ਹੈ, ਮਲਕਪੁਰ ਮੈਂ ਸਟਕ, ਮਲਕਪੁਰ ਤੱਕ ਦਾ ਜਿਹੜਾ ਸਾਰਾ ਇਲਾਕਾ, ਇਹਦੇ ਵਿੱਚ ਗੁਰੂ ਕੇ ਖਾਲਸੇ ਸਟਕਣਗੇ, ਜਾਣਗੇ, ਪਹੁੰਚਣਗੇ। ਸ਼ੌਰ ਜਲਾਲਾ ਕਾਬਲੀ ਲੇਵੈਂਗੇ ਤੋ ਕੇਸਾ। ਇਸੇ ਤਰ੍ਹਾਂ ਪਸ਼ਾਵਰ ਤੱਕ, ਜਲਾਲਾਬਾਦ ਤੱਕ, ਕਾਬਲ ਤੱਕ ਗੁਰੂ ਕੇ ਖਾਲਸੇ ਜਿਹੜੇ ਕੇਸਾ ਧਾਰੀ ਆ, ਲੇਵੈਂਗੇ ਜੋ ਕੇਸ, ਅੰਮ੍ਰਿਤਧਾਰੀ ਗੁਰੂ ਕੇ ਸਿੰਘ ਖਾਲਸੇ ਹਨ, ਉੱਥੋਂ ਤੱਕ ਰਾਜ ਭਾਗ ਪ੍ਰਾਪਤ ਕਰਨਗੇ। ਖਾਲਸਾ ਸਿੰਧ ਦੁਆਰਾ ਦਿੱਲੀ ਕੇ ਸੁਰ ਭੇਸਾ। ਕਹਿੰਦੇ ਉਸ ਵੇਲੇ ਖਾਲਸਾ ਕਹਿੰਦੇ ਸਿੰਧ ਦਰਿਆ ਤੱਕ, ਸਿੰਧ ਦੇ ਇਲਾਕੇ ਤੱਕ, ਦੂਰ ਦੂਰ ਤੱਕ, ਤੇ ਕਹਿੰਦੇ ਰਾਜ ਭਾਗ ਕਰੇਗਾ ਦਿੱਲੀ ਦੇ ਤਖਤ ਦੇ ਉੱਤੇ। ਦਿੱਲੀ ਕੇ ਸੁਰ ਭੇਸ, ਦਿੱਲੀ ਦਾ ਈਸ਼ਵਰ ਬਣ ਕੇ ਬੈਠੇਗਾ, ਦਿੱਲੀ ਦੇ ਮਾਲਕ ਦੇ ਭੇਸ਼ ਵਿੱਚ, ਭਾਵ ਦਿੱਲੀ ਦਾ ਮਾਲਕ। ਸਾਰੇ ਪੰਜਾਬ ਦੇ ਉੱਤੇ ਦਿੱਲੀ ਤੋਂ ਲੈ ਕੇ ਸਿੰਧ ਤੱਕ ਗੁਰੂ ਕੇ ਖਾਲਸੇ ਦਾ ਰਾਜ ਹੋਵੇਗਾ। ਰੂਪ ਰੰਗ ਸਭ ਛਪੈਗੇ ਦੀਪ ਸਿੰਘ ਨਵ ਰੰਗ। ਇਸ ਪ੍ਰਕਾਰ ਕਹਿੰਦੇ ਪੁਰਾਣਾ ਜਿਹੜਾ ਰੂਪ ਰੰਗ ਹੈਗਾ ਪਠਾਣਾਂ ਦਾ, ਮੁਗਲਾਂ ਦਾ, ਹਿੰਦੂਆਂ ਦਾ, ਕਹਿੰਦੇ ਇਹ ਸਭ ਛਿਪ ਜਾਵੇਗਾ, ਖਤਮ ਹੋ ਜਾਵੇਗਾ। ਤੇ ਦੀਪ ਸਿੰਘ ਨਵ ਰੰਗ, ਜਿਹੜੇ ਨਵੇਂ ਨੌਜਵਾਨ ਗੁਰੂ ਕੇ ਸਿੰਘ ਹੈ, ਉਹ ਦੀਵਿਆਂ ਦੀ ਤਰ੍ਹਾਂ ਰੋਸ਼ਨੀ ਕਰਨਗੇ, ਪ੍ਰਗਟ ਹੋਣਗੇ, ਜਗਣਗੇ ਸੰਸਾਰ ਦੇ ਵਿੱਚ। ਇਸੇ ਤਰ੍ਹਾਂ ਕਹਿੰਦੇ ਪੁਰਾਣਾ ਰੂਪ ਰੰਗ ਖਤਮ ਹੋ ਜਾਏਗਾ। ਦੀਪ ਸਿੰਘ ਨਵ ਰੰਗ, ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਉਹਨਾਂ ਦੀ ਬਾਬਤ ਬਚਨ ਕੀਤੇ ਆ ਕਿ ਦੀਪ ਸਿੰਘ ਨਵ ਰੰਗ। ਬਾਬਾ ਦੀਪ ਸਿੰਘ ਜੀ ਜਿਹੜੇ ਨਾਮ ਦੇ ਵਿੱਚ ਰੰਗੇ ਹੋਣਗੇ, ਉਹ ਵੱਖਰਾ ਹੀ ਕੌਤਕ ਵਿਖਾਉਣਗੇ। ਇਸੇ ਤਰ੍ਹਾਂ ਦੀਪ ਸਿੰਘ ਨਵ ਰੰਗ, ਦੀਪ ਸਿੰਘ ਨਵ ਰੰਗ ਨੌਜਵਾਨਾਂ ਵਰਗੀ ਬਜ਼ੁਰਗ ਅਵਸਥਾ ਵਿੱਚ ਤਾਕਤ ਦਿਖਾਉਣਗੇ। 18 ਸ਼ੇਰ ਦਾ ਖੰਡਾ ਚੱਕ ਕੇ ਘੁਮਾਉਣਗੇ ਦੁਸ਼ਮਣਾਂ ਦੇ ਉੱਤੇ। ਤੇ ਇਸੇ ਤਰ੍ਹਾਂ ਦੀਪ ਸਿੰਘ ਨਵ ਰੰਗ, ਬਾਬਾ ਦੀਪ ਸਿੰਘ ਜੀ ਕਹਿੰਦੇ ਉਹ ਨਵਾਂ ਹੀ ਰੰਗ ਗੁਰੂ ਕੇ ਖਾਲਸੇ ਦਾ ਸੰਗਤ ਦੇ ਵਿੱਚ ਪ੍ਰਗਟ ਕਰਨਗੇ। ਜੋਤੀ ਜੋਤ ਸਮਾਏ ਕਰ ਲੋਹੇ ਸ਼ੋਭ ਝੰਗਾ। ਹਾਂ, ਤੇ ਕਹਿੰਦੇ ਜੋਤੀ ਜੋਤ ਸਮਾਏ ਕਰ, ਜੋਤੀ ਜੋਤ ਵੀ ਸਮਾ ਜਾਣਗੇ। ਲੋਹੇ ਸ਼ੋਹ ਭੁਜੰਗ, ਲੋਹੇ ਦੀ ਸ਼ੋਹ ਦੇ ਨਾਲ, ਭਾਵ ਸ਼ਸਤਰ ਦੇ ਵਾਰ ਨਾਲ ਉਹਨਾਂ ਦਾ ਸਿਰ ਧੜ ਤੋਂ ਅਲੱਗ ਹੋ ਜਾਵੇਗਾ। ਪਰ ਨਵ ਰੰਗ ਕੀ ਦਿਖਾਉਣਗੇ, ਨਵਾਂ ਰੰਗ ਕੀ ਦਿਖਾਉਣਗੇ ਕਿ ਦੁਨੀਆ ਦੇ ਲੋਕ ਸਿਰਾਂ ਨਾਲ ਲੜਦੇ ਆ, ਉਹ ਸਿਰ ਤਲੀ ਦੇ ਉੱਤੇ ਰੱਖ ਕੇ ਬਿਨਾਂ ਸਿਰ ਤੋਂ ਗੁਰੂ ਕਾ ਖਾਲਸਾ ਲੜੇਗਾ। ਇਸ ਪ੍ਰਕਾਰ ਨਵਾਂ ਰੰਗ ਦਿਖਾਉਣਗੇ। ਤੇ ਇਸੇ ਤਰ੍ਹਾਂ ਰੂਪ ਰੰਗ ਸਭ ਛਿਪੇਗੀ, ਪੁਰਾਣਾ ਰੂਪ ਰੰਗ ਜਿਹੜਾ ਸਾਰਾ ਛਿਪ ਜਾਵੇਗਾ। ਦੀਪ ਸਿੰਘ ਨਵ ਰੰਗ, ਨਵੇਂ ਗੁਰੂ ਕੇ ਸਿੰਘ ਨੌਜਵਾਨ ਦੀਵਿਆਂ ਦੀ ਤਰ੍ਹਾਂ ਚਾਨਣਾ ਕਰਨਗੇ, ਪ੍ਰਗਟ ਹੋਣਗੇ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜੋਤੀ ਜੋਤ ਸਮਾਏ, ਕਹਿੰਦੇ ਅਸੀਂ ਉਦੋਂ ਤੱਕ ਜੋਤੀ ਜੋਤ ਸਮਾ ਜਾਵਾਂਗੇ। ਕਰ ਲੋਹੇ ਸ਼ੋਹ ਭੁਜੰਗ, ਕਹਿੰਦੇ ਜਿਹੜਾ ਭੁਜੰਗ ਖਾਲਸਾ, ਗੁਰੂ ਦਾ ਖਾਲਸਾ ਹੈ, ਇਹਨਾਂ ਨੂੰ ਅਸੀਂ ਲੋਹੇ ਦੀ ਸ਼ੋਹ ਦੇਵਾਂਗੇ, ਸ਼ਸਤਰ ਇਹਨਾਂ ਨੂੰ ਪਹਿਨਾ ਦੇਵਾਂਗੇ। ਸ਼ਸਤਰਾਂ ਦੇ ਨਾਲ ਪਿਆਰ ਕਰਨ ਵਾਲਾ ਹੋਵੇਗਾ ਗੁਰੂ ਕਾ ਖਾਲਸਾ। ਹਾਂ, ਇਸ ਤਰ੍ਹਾਂ ਗੁਰੂ ਕਾ ਖਾਲਸਾ ਖੁੱਲਾ ਖਾਵੇ ਖਰਚੇਗਾ। ਤੇ ਲਾਭਪੁਰ ਅਰ ਕਸ਼ਮੀਰ, ਲਾਹੌਰ ਅਤੇ ਕਸ਼ਮੀਰ ਤੱਕ। ਹਾਂ, ਕਹਿੰਦੇ ਇਸ ਤਰ੍ਹਾਂ ਗੁਰੂ ਕਾ ਖਾਲਸਾ ਇਹਨਾਂ ਸਾਰਿਆਂ ਨੂੰ ਸਾਧੇਗਾ, ਰਾਜ ਭਾਗ ਦਾ ਮਾਲਕ ਬਣੇਗਾ। ਸੋ ਇਹਨਾਂ ਨੂੰ ਸਾਧਣ ਵਾਲਾ ਗੁਰੂ ਕਾ ਖਾਲਸਾ ਹੋਵੇਗਾ। ਹੋਏ ਮਮ ਦਸਤੰਗੀਰ, ਇਸ ਖਾਲਸੇ ਦੇ ਸਿਰ ਦੇ ਉੱਤੇ ਮੇਰਾ ਦਸਤਗੀਰ ਹੋਵੇਗਾ, ਮੇਰਾ ਹੱਥ ਇਹ ਗੁਰੂ ਕੇ ਖਾਲਸੇ ਦੇ ਉੱਤੇ ਹੋਵੇਗਾ। ਸੋ ਰਹਿੰਦਾ ਪ੍ਰਸੰਗ ਜਿਹੜਾ ਇਹ ਆਪਾਂ ਬਾਕੀ ਰਹਿੰਦਾ ਕੱਲ੍ਹ ਦੇ ਦੀਵਾਨ ਦੇ ਵਿੱਚ ਵਿਚਾਰਾਂਗੇ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਣ। ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਅਰਦਾਸ ਵਿੱਚ ਸ਼ਾਮਲ ਹੋਈਏ ਜੀ।